ਕੋਲ ਲੈਪਟਾਪ ਖੋਲਿਆ ਸੀ ਨਾ ਕੁਛ ਤਰੇ ਯਾਰ ਚਾਰ ਹਜੇ ਜਣੇ ਕੋਈ ਵਾਲੇ ਚੀਜ਼ ਕੋਲ ਨਾ ਇਹਨਾਂ ਹੋਣ ਨੇ ਦੇ ਕੰਮ ਬਾਵਜੂਦ ਚਲਾ ਤੁਸੀਂ ਲਿਆ। ਉਹ ਮਿੱਟੀ ਰੋਲੀ ਹੈ ਤੇ ਅਗਰ ਤੁਹਾਡੇ ਕੋਲ ਲੈਪਟਾਪ ਹੋਵੇ, ਵੈਸੇ ਹੁਣ ਤੁਹਾਨੂੰ ਤੁਸੀਂ ਹੁਣ ਲੈਪਟਾਪ ਵਾਲੇ ਨਹੀਂ ਨਾ ਰਹੇ ਹੁੰਦੇ, ਤੁਸੀਂ ਸਫੇ ਨੰਬਰ ਸਮੇਤ ਲੈਂਡ ਨੰਬਰ ਤੱਕ ਦੱਸ ਸਕਦੇ ਹੋ, ਫਲਾਣੀ ਜਗ੍ਹਾ ਤੇ ਇਹ ਸ਼ਾਇਦ ਲਿਖੀ ਜਾ ਪੜ। ਨਹੀਂ ਉਹ ਤਾਂ ਠੀਕ ਹੈਗੇ ਨੇ, ਲੇਕਿਨ ਸਾਹਮਣੇ ਹਵਾਲੇ ਹੁੰਦੇ ਆ। ਮੈਂ ਬਸ ਉਹ ਇੱਕ ਹਵਾਲਾ ਉਹਨੂੰ ਵਿਖਾਉਣਾ ਸੀ, ਜਦੋਂ ਬੜਾ ਔਖਾ ਜਿਹਾ ਮੈਂ ਉੱਠਿਆ ਉਦੋਂ। ਮੈਂ ਅੱਛਾ, ਕਿਹਾ ਚੱਲ ਵੈਸੇ ਇਹਨੂੰ ਜਿਹੜਾ ਵਿਖਾ ਦੀ। ਅਫਜ਼ਾਲ ਬੜਾਇਆ ਸਾਹਿਬ ਦੇ ਉੱਤੇ ਜਿਹੜਾ ਉਹ ਇਤਰਾਜ਼ ਕਰ ਰਿਹਾ ਸੀ ਉਹਨਾਂ ਦੀ ਮੋੜ ਦੇ ਹੋਣ ਤੇ, ਕਿ ਉਹਨਾਂ ਨੇ ਬੇਇਨਸਾਫੀ ਕੀਤੀ ਹੈ, ਮੇਰਾ ਖਿਆਲ ਹੈ ਉਹ ਅਸਲ ਵਿੱਚ ਵਿਰਕ ਸਾਹਿਬ ਇਹ ਕਹਿਣਾ ਚਾਹ ਰਹੇ ਸਨ ਕਿ ਕਰਨਾ ਉਹਨਾਂ ਨੂੰ, ਅਫਜ਼ਾਲ ਬੜਾਇਆ ਸਾਹਿਬ ਨੂੰ ਇਹ ਕਰਨਾ ਚਾਹੀਦਾ ਸੀ ਕਿ ਜਿਸ ਤਰ੍ਹਾਂ ਇਮਤਿਆਜ਼ ਭਾਈ ਗਏ ਸਨ ਨਾ ਉਹਨਾਂ ਦੀ ਬਰਾੜ ਤੇ ਰਾਜਾ ਅਤਾਲ ਮਨਾਨ ਸਾਹਿਬ ਨੇ ਆਪਣੀ ਗੁੰਡਾਗਰਦੀ ਜਿਹੜੀ ਉਹ ਬਹਾਂਦਾ ਹੋਇਆ ਉਹਨਾਂ ਨੂੰ ਥੱਲੇ ਲਾ ਦਿੱਤਾ। ਫਿਰ ਦੂਸਰੇ ਦਿਨ ਜ਼ਿਆਰ ਰਸੂਲ ਭਾਈ ਗਏ ਤੇ ਉਹਨਾਂ ਨੂੰ ਵੀ ਜਨਾਬ ਇਹ ਪਿੱਛੋਂ ਰਹੇ ਗੁੰਡਾ ਸਾਹਿਬ, ਤੇ ਉਹਨਾਂ ਉਹ ਆਉਂਦੀ ਜਿਹੜਾ ਯਾਰ ਉਹਨਾਂ ਇਹਨਾਂ ਚੁੱਕ ਨੇ ਕੇ ਥੱਲੇ ਕਰਨੀ ਮਾਰਿਆ। ਹੈ ਅਸਲ ਦੇ ਵਿੱਚ, ਅਸਲ ਮਸਲਾ ਇਹ ਉਹਨਾਂ ਨੂੰ ਹੁੰਦਾ ਵਾ ਕਿ ਇਸ ਬਰਾੜ ਤੇ ਗੱਲ ਕਿਉਂ ਹੋ ਰਹੀ, ਕੀੜੇ ਕੱਢੀਏ ਕੋਈ ਵਿੱਚੋਂ। ਹੋਰ ਹੈ ਜਿੱਡੇ ਕਿ ਆਪ ਹੈ ਨੇ ਮਰਜ਼ਈ ਬਰਾਡਾਂ ਲਾਣੇ ਵਾਲੇ, ਜਿੱਡੇ ਕਿ ਅਸੂਲ ਪਸੰਦ ਨੇ, ਸਾਰੀ ਦੁਨੀਆ ਹੀ ਜਾਣਦੀ। ਉਹ ਵੀ ਆਪਣੀ ਇੱਕ ਫਰਸਟ੍ਰੇਸ਼ਨ ਕੱਢਣ ਆਉਂਦੇ ਨੇ। ਨਹੀਂ ਮਤਲਬ ਇੱਕ ਹੁੰਦਾ ਨਾ ਜਾਂ ਭਾਈ ਜਿਹੜਾ ਬਰਾੜ ਦਾ ਹੋਸਟ ਹੁੰਦਾ ਹੈ ਜਾਂ ਜਿਹੜਾ ਮੋਡ ਉਹਨਾਂ ਨੇ ਬਣਾਇਆ ਹੁੰਦਾ ਜਿਹੜਾ ਡਿਬੇਟ ਕਰਵਾ ਰਿਹਾ, ਅਗਰ ਉਹ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਤੇ ਉਹਦੇ ਤੋਂ ਚਲੋ ਕੋਈ ਐਡਾ ਇਤਰਾਜ਼ ਨਹੀਂ ਬਣਦਾ। ਲੇਕਿਨ ਇੱਕ ਬੰਦਾ ਬਾਹਰੋਂ ਆ ਰਿਹਾ ਔਰ ਆ ਕੇ ਗੁੰਡਾਗਰਦੀ ਕਰਦੇ ਹੋਇਆ ਉਹ ਚੁੱਕ ਕੇ ਥੱਲੇ ਮਾਰਦਾ ਪਿਆ, ਤੇ ਇਹ ਤਾਂ ਤੁਸੀਂ ਆਪ ਦੇਖੋ ਨਾ, ਉਹ ਤਾਂ ਬਹੁਤ ਅੱਛਾ ਕੰਮ ਕੀਤਾ ਨਾ ਜੀ ਉਹਨਾਂ। ਲੇਕਿਨ ਅਗਰ ਅਫਜ਼ਾਲ ਸਾਹਿਬ ਅੱਛਾ ਕੰਮ ਕਰ ਰਹੇ ਨੇ ਤੇ ਉਹ ਭੈੜਾ ਹੈ। ਇਹ ਹੈ ਅਸਲ ਮਸਲਾ। अस्सलाम वालेकुम रहमतुल्लाहि व ਮਰਵਾਨ, बरकातहू। ਵਾਲੇਕੁਮ ਸਲਾਮ ਰਹਿਮਤੁਲਾਹ ਬਰਕਾਤਹੁ। ਮਰਵਾਨ, ਹੁਣ ਜਿੱਥੇ ਵੀ ਮਰਵਾਨ ਆਵੇ ਨਾ ਤੇ ਉਹਨੂੰ ਇਹ ਹੀ ਪੁੱਛਣਾ ਤੁਸੀਂ ਵੀ ਇਹ ਮੁਸਲਮਾਨਾਂ ਦੇ ਫਿਰਕਿਆਂ ਦੇ ਦਰਮਿਆਨ ਅਸੂਲੀ ਇਖਤਲਾਫ ਹੈ ਜਾਂ ਫਰੂ 'ਚ ਇਖਤਲਾਫ ਹੈ, ਯਾਨੀ ਫਰਾ 'ਚ ਇਖਤਲਾਫ ਹੈ ਜਾਂ ਅਸੂਲ ਦੀਨ 'ਚ ਇਖਤਲਾਫ। ਇਹ ਜ਼ਰਾ ਸਾਰਿਆਂ ਨੇ ਯਾਦ ਰੱਖਣਾ ਹੈ ਤੇ ਕੱਲ ਨੂੰ ਜਿੱਥੇ ਲੱਭੇ ਉਹਨੂੰ ਦੱਸਣਾ ਹੈ ਵੀ ਪੁੱਤਰ ਲਫ਼ਜ਼ ਮੁੱਦਾ ਵੀ ਨਹੀਂ ਆਇਆ, ਮਿੱਦਾ ਹੈ, ਮੇਰੇ ਕੋਲ ਗਲਤੀ ਹੋ ਗਈ ਸੀ, ਮੈਂ ਸਹੀ ਨਹੀਂ ਤੁਹਾਨੂੰ ਦੱਸ ਸਕਿਆ। ਤੁਸੀਂ ਇਹ ਦੋ ਅਮਰ ਗੱਲਾਂ ਭਾਈ ਯਾਦ ਰੱਖੋ। ਪਹਿਲੇ ਹੀ ਦੱਸ ਛੱਡਿਆ, ਉਹਨੇ ਯਕੀਨ ਕਰੋ ਅਗਲੀ ਟਰਨ ਚ ਉਹਨੇ ਮਿੱਦਾ ਕਹਿਣਾ ਸੀ। एक मिनट मैं भी ਮੈਨੂੰ दो त्रै ਦੱਸ। गल्लां ਮੈਂ ਜਦੋਂ ਉਹਨੂੰ ਕਿਹਾ ਵਾ, ਮੈਂ ਇਹਨੂੰ ਅਸਲ ਲਫ਼ਜ਼ ਦੱਸਿਆ ਨਹੀਂ, ਮੈਂ ਇੰਨਾ ਹੀ ਦੱਸਿਆ ਵੀ ਉਹ ਪਹਿਲਾਂ ਵੀ ਗਲਤ ਸੀ, ਇਹ ਵੀ ਗਲਤ ਆ, ਇਹਨਾਂ ਮੁੱਦਾ ਨਾ ज़िया भाई ਮੁੱਦਾ। एक मिनट रुकियो ਤੁਸੀਂ ਬਹੁਤ ਦੂਰ ਚਲੇ ਗਏ ਹੋ। आमिर भाई ज़िया भाई मैं दो गल्लां करांगा। एक ਇਹ इतना झूठा इंसान ना, एक कादियानिया ਦਾ ਮੋੜਾ ਮਰਵਾਨ ਨਾ ਐਸੀ ਕਿ ਕਹਿੰਦਾ ਸੀ ਮਿਸਟਰ ਅਮਰੀਕਾ ਵਾ, ਅਮਰੀਕਾ ਚ ਬੋਰਨ ਹੋਇਆ ਤੇ ਮੈਨੂੰ ਇੰਗਲਿਸ਼ ਵੀ ਹੈ। ਅਗਰ ਸੁਣਦਾ ਪਿਆ ਨਾ ਤੂੰ ਮਰਵਾਨ ਜਾਂ ਇਸਦਾ ਕੋਈ ਚੇਲਾ ਪਿਆ ਸੁਣਦਾ, come and speak with me. Two words came out your mouth and I can tell you are from Delhi. You are born and bred in Delhi. तेरी इंग्लिश भी हो या तेरा एक्सेंट भी हो या तेरा लहजा भी हो, बकवास करना है हर गल ते झूठ। दूसरी गल और ज़िया मुबारकबाद दिया वन साइडेड डिपेंड पै गया ना, ਤੁਹਾਡਾ ਕੋਈ ਉੱਥੇ ਮੁਕਾਬਲਾ ਸੀ ਨਾ, ਉਹਦੇ ਮੂੰਹ ਚੋਂ ਕੋਈ ਗੱਲ ਨਿਕਲੀ ਹੈ ਸਹੀ, ਨਾ ਉਹ ਆਪਣਾ ਦਾਵਾ ਪੇਸ਼ ਕਰ ਸਕਿਆ, ਨਾ ਉਸਦੇ ਕੋਲ ਕੋਈ ਦਲਾਇਲ ਸਨ, ਨਥਿੰਗ। ਉਹ ਵਨ ਸਾਈਡਡ ਤੁਸੀਂ ਆਂਦੇ ਸੋ ਉੱਤੇ ਚਪੇੜਾ ਮਾਰ ਕੇ ਥੱਲੇ ਜਾ ਕੇ ਬਹਿ ਜਾਂਦੇ ਸੋ। ਫਿਰ ਉਸਦੇ ਕੋਲ ਤੱਕ ਕੋਈ ਨਹੀਂ ਸੀ, ਖੁਦਾ ਦੀ ਕਸਮ। ਮੈਂ ਹੁਣ ਤੁਹਾਨੂੰ ਮੁਬਾਰਕਬਾਦ ਦਿਆਂ, ਵਾਲੇਕੁਮ ਅਸਲਾਮ, ਲੇਕਿਨ ਕਿਸ ਚੀਜ਼ ਦੀ ਮੁਬਾਰਕਬਾਦ ਦਿਆਂ ਤੁਹਾਨੂੰ ਸਰ? ਵਨ ਸਾਈਡਡ ਤੁਸੀਂ ਉਹਨੂੰ ਫੈਂਟੀ ਲਗਾਉਂਦੇ ਰਹੇ ਹੋ। ਦੂਸਰੀ ਗੱਲ ਮੈਂ ਫਿਰ ਉਹੀ ਆਖਿਆ ਕਿ ਇਹ ਮਰਵਾਨ ਆਇਆ ਸੀ ਲਾਸਟ ਟਾਈਮ, ਕਹਿੰਦਾ ਸੀ ਕਿ ਮੈਂ ਅਮਰੀਕਾ ਦਾ ਬੋਰਨ ਐਂਡ ਬ੍ਰੈਡ ਆ। Come and talk to me. Tell me where you're from. Your accent tells me you're from Delhi. ਯਾਰ ਇਤਨੇ ਝੂਠ ਮਾਰਦੇ ਨੇ, ਇਤਨੇ ਝੂਠ ਮਾਰਦੇ ਨੇ, ਖੁਦਾ ਦੀ ਕਸਮ। ਮੈਨੂੰ ਗੁੱਸਾ ਆਉਂਦਾ ਰਿਹਾ। ਮੇਰੇ ਸਾਹਮਣੇ ਹੁੰਦਾ ਜਿਮ ਚੱਲਿਆ 10 ਮਿੰਟ ਬਾਅਦ ਆ ਮੈਂ ਤੁਹਾਨੂੰ ਦੱਸਾਂ ਤੇਰੀ ਜਿਮ ਕਿੱਥੇ ਹੈ, बेशर्म इंसान। सर जी मुझे आमिर नज़ीर साहब से बात करनी है। जी कर ले। अस्सलाम वालेकुम सर। वालेकुम सलाम। मैं सुन रहा हूँ लेकिन मैंने म्यूट किया, मेरे पीछे शोर है, मैं सुन रहा हूँ आपको। ओके सर, मैंने आपकी ये सारी डिबेट अभी सुनी है, अल्लाह आपको इज़्ज़त दे, और खलीफा भाई को सुना। आपको मैं बहुत अरसे से जो है मैं आपकी बातें सुन रहा हूँ, पहले अब मुझे आज मौका मिला है कि मैं आपसे बात कर सकूँ। मैंने सारी डिबेट सुनी है और अल्लाह ताला आपको इज़्ज़त दे। जिस तरह आपने हर सवाल का बड़े तहम्मुल से जवाब दिया, तो मैं ये कहना चाह रहा था, मुझे उस ब्रॉड में मौका नहीं मिला कि सब अपने कमेंट्स दे रहे थे, तो मैं आपको ये बताना चाह रहा हूँ उस पूरी ब्रॉड में मैंने जो नतीजा निकाला है ना, मुझे बस इस चीज़ का अफसोस रहा है कि मेरे कानों ने उन तीनों लोगों को सुना है। उसमें एक अबू इमरान साहब थे, वो जिन्हें
उर्दू का नहीं पता, जिन्हें प्रोनाउंसिएशंस का नहीं पता, ठीक। और मिनोअन कहते हैं, मनोअन सही लफ्ज़ है, आपने उसके बारे में नहीं उन्हें टोका। तो तीसरा, ये जो अभी लास्ट में जो पाकिस्तान वाले भाई आए थे, उनकी आईडी पे पाकिस्तान लिखा हुआ था, तो मुझे सिर्फ इस चीज़ का दुख रहेगा कि मेरे कानों ने इन तीनों को सुना। बाकी अल्लाह आपको इज्जत दे। इस पे खलीफा भाई ने आके जो बातें की हैं, यकीन करें दिल में उतर गई हैं आप सबकी बातें। अल्लाह आप सबको इज्जत दे। मैं सिर्फ आपको चेस करते हुए इस ब्रॉड में आया हूँ कि ये मैं कहना चाह रहा था, मैं अपना फ़र्ज समझता था कि आपको अपने रिमार्क्स बताऊं। और अफजल साहब ने जिस तरह इस पूरे, जब भी वो आए मेरी तरफ से आप उन्हें बताइएगा कि उन्होंने बहुत अच्छा इस पूरी जो डिबेट को जो है ना वो टैकल किया है। उनको तमीज़ ही नहीं है बात करने की कि बड़े से कैसे बात करनी है। तो आप ये सोच लें कि इनका मेयार क्या होगा, ये किस तरह लोगों को लेके चलते होंगे अपने इस ग्रुप में। शुक्रिया सर, अल्लाह आपको इज्जत दे आप सबको। जज़ाकल्लाह भाईजान, बहुत बहुत शुक्रिया। आमा भाई किधर फुटी दी अग दी बो आ रही किधरों दया मिनी वालों तो आंदी भी है, लगदा कोई जैलसी दी कोई स्मैल दी कुछ बो आन लगी है। नहीं अज असल दे विच ना ਉਹਨਾਂ ਦੀ ਤਬੀਅਤ ਨਹੀਂ ਠੀਕ ਹੈ ਤੇ ਮੈਂ ਉਸ ਵੇਲੇ ਬਿਜ਼ੀ ਹੋਣ ਲੱਗਾ ਸੀ ਤੇ ਮੈਂ ਜ਼ਿਆ ਬਾਈ ਨੂੰ ਆਵਾਜ਼ ਦਿੱਤੀ ਸੀ ਕਿ ਭਾਈ ਮੈਂ ਬਿਜ਼ੀ ਹੋਣਾ ਤੇ ਬੰਦਾ ਕੋਈ ਐਸਾ ਮੈਨੂੰ ਨਜ਼ਰ ਨਹੀਂ ਆ ਰਿਹਾ, ਮੈਂ ਕੋਲ ਤੁਸੀਂ ਆ ਜਾਓ। ਅੱਲਾ ਉਹਨਾਂ ਨੂੰ ਸਿਹਤ ਕਾਮਲਾ ਅਜਲਾ ਤਾ ਫਰਮਾਏ। ਉਹਨਾਂ ਬਾਵਜੂਦ ਤਬੀਅਤ ਖਰਾਬ ਹੋਣ ਦੇ ਮਿਰਜ਼ਾਈਆਂ ਦੀ ਤਬੀਅਤ ਖਰਾਬ ਕਰਕੇ ਰੱਖ ਦਿੱਤੀ ਹੈ। ਜੋ ਮਿਰਜ਼ਾਈਆਂ ਨੂੰ ਫੈਂਟਾ ਇਹ ਚੜ੍ਹਦਾ ਨਾ, ਇਸ ਤਰ੍ਹਾਂ ਇਹਦਾ ਸਾਰੇ ਮੁਸਲਮਾਨ ਵੀ ਲੁਤਫ ਲੈਂਦੇ ਨੇ, ਈਮਾਨ 'ਚ ਵੀ ਇਜ਼ਾਫਾ ਹੁੰਦਾ ਹੈ। ਆਫਕੋਰਸ ਮਿਰਜ਼ਾਈ ਜਿਹੜੇ ਨੇ ਉਹ ਸ਼ਾਤਮ ਨੇ, ਆਫਕੋਰਸ ਮਿਰਜ਼ਾਈ ਮੁਲਹਿਦ ਨੇ, ਆਫਕੋਰਸ ਮਿਰਜ਼ਾਈ ਐਸੀਆਂ ਗੱਲਾਂ ਐਸੀਆਂ ਮਿਸਾਲਾਂ ਦਿੰਦੇ ਨੇ ਜਿਨ੍ਹਾਂ ਨਾਲ ਈਮਾਨੀ ਜਜ਼ਬਾਤ ਹਰਟ ਹੁੰਦੇ ਨੇ। ਲੇਕਿਨ ਉਹਦੇ ਬਾਅਦ ਜਿਸ ਵੇਲੇ ਇਹਨਾਂ ਦੀ ਲਿਤਰੋਲ ਹੁੰਦੀ ਹੈ, ਜਿਸ ਵੇਲੇ ਇਹਨਾਂ ਦੇ ਇਹ ਹਾਲਾਤ ਦੁਨੀਆ ਵੇਖਦੀ ਹੈ ਕਿ ਖੁਦ ਮਿਰਜ਼ਾਈ ਚੀਖ ਕੇ ਕਹਿ ਰਹੇ ਨੇ ਕਿ ਉਹ ਤਜ਼ਹੀਕ ਦਾ ਬਾਇਸ ਬਣਾ ਰਹੇ ਹੋ, ਤਜ਼ਹੀਕ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ? ਇਹਨੂੰ ਮਨਾਜ਼ਰ ਆਂਦੇ ਤੁਸੀਂ, ਬੜਾ ਵੱਡਾ ਮਨਾਜ਼ਰ ਹੈ ਜਿਹਨੂੰ ਮਕਾਮੇ ਮਦਾਹ ਬੋਲਣਾ ਨਹੀਂ ਆਉਂਦਾ, ਉਹਨੂੰ ਲੈ ਆਂਦਾ ਤੁਸੀਂ ਬਤੌਰੇ ਮਨਾਜ਼ਰ, ਇਹਨੂੰ ਅੱਗੇ ਕਰਕੇ ਰੋਜ਼ ਤੇ ਤੁਸੀਂ ਸ਼ਾਤਮੀਅਤ ਕਰਵਾਉਂਦੇ ਹੋ। ਜਦੋਂ ਮੈਂ ਉਹਨੂੰ ਆਖਿਆ ਕਿ ਮਕਾਮੇ ਮੱਦਾ ਨਹੀਂ ਹੈ ਮੇਰਾ ਬੇਟਾ, ਮਕਾਮੇ ਮੁੱਦਾ ਹੈ, ਤੇ ਉੱਤੇ ਬੈਠਾ ਸੀ ਨਾ ਵਿਰਕ, ਜੇ ਇਹਦੇ ਕੋਲ ਇਲਮ ਹੈ ਸੀ ਤੇ ਇਹ ਉਹਨੂੰ ਦੱਸ ਲੈਂਦਾ ਵੀ ਤੇਰਾ ਤਮਸਖਰ ਪਿਆ ਡਾਂਦਾ ਹੀ, ਮੁੱਦਾ ਨਹੀਂ ਹੈ, ਸਿਰਫ ਤੂੰ ਲਫ਼ਜ਼ ਮੱਦਾ ਗਲਤ ਪੜਿਆ, ਮਦਾਹ ਬੋਲ ਬਸ, ਇੰਨਾ ਕਹਿ ਦਿੰਦਾ। ਲੇਕਿਨ ਪਤਾ ਕਿਸੇ ਮਿਰਜ਼ਾਈ ਨੂੰ ਵੀ ਨਹੀਂ ਹੈ। ਮੌਲਾਨਾ ਕਾਸਿਮ ਨੇ ਨੋਤਵੀ ਦੀ ਕਿਤਾਬ ਖੋਲੀ, ਪੜ੍ਹਨੀ ਆਉਂਦੀ ਨਹੀਂ। ਜਿਨ੍ਹਾਂ ਨੂੰ ਲਫ਼ਜ਼ ਨਹੀਂ ਪੜ੍ਹਨਾ ਆਉਂਦਾ ਉਹ ਦੱਸਣਗੇ ਕਿ ਉੱਥੇ ਤਹਜ਼ੀਰ ਨਾਸ਼ ਕੀ ਲਿਖਿਆ ਹੈ। ਐਸੀ ਜਾਹਿਲ ਕੌਮ ਹੈ, ਅੱਲਾ ਮਾਫ ਕਰੇ। ਆਮਿਰ ਭਾਈ ਤੁਸੀਂ ਕੀ ਗੱਲਾਂ ਕਰਦੇ ਹੋ? ਉਸ ਨੂੰ ਖੁਦ ਮਿਰਜ਼ਾ ਦੀ ਕਿਤਾਬ ਨਹੀਂ ਪੜ੍ਹਨੀ ਆਉਂਦੀ, ਆਦਾ ਕਹਿੰਦਾ ਮੈਨੂੰ ਉਰਦੂ ਨਹੀਂ ਪੜ੍ਹਨੀ ਆਉਂਦੀ ਤੇ ਮੈਨੂੰ ਇੰਗਲਿਸ਼ ਦੀ ਟ੍ਰਾਂਸਲੇਸ਼ਨ, ਹੁਣ ਉਰਦੂ ਦੀ ਵੀ ਟ੍ਰਾਂਸਲੇਸ਼ਨ ਕਰਨੀ ਪੈਗੀ ਇਹਨਾਂ ਨੂੰ। ਫਿਰ ਉਸਨੇ ਬਕਵਾਸ ਹੀ ਕਰ ਛੋੜੀ ਖਲੀਫਾ ਸਾਹਿਬ ਦੇ ਸਾਹਮਣੇ ਕਿ ਤੂੰ ਅਰਬੀ ਬੋਲਣੀ ਆਉਂਦੀ ਹੈ। ਮੇਰਾ ਖਿਆਲ ਹੈ ਮੂੰਹ ਚੋਂ ਜ਼ੁਬਾਨ ਨੇ ਆਪਣੀ ਆਣ ਕੇ ਨਾ ਖੁਦ ਫਸ ਗਿਆ ਸੀ। ਹੁਣ ਮੈਂ ਕੀ ਕਰਾਂ? ਯਕੀਨ ਮੰਨੋ ਇਹ ਸਾਡੇ ਸ਼ੇਰ ਖੁਦਾ ਬਾਈ ਕਹਿੰਦੇ ਨੇ, ਉਹਨਾਂ ਨੂੰ ਕਹੋ ਕਿ ਇਹ ਡਿਬੇਟ AI ਤੇ ਕਰਕੇ ਨਾ ਟ੍ਰਾਂਸਲੇਟ ਕਰੇ ਤੇ ਉਹਨਾਂ ਕੋਲੋਂ ਪੁੱਛੇ ਕਿ ਉਹ ਕੀ ਆਦਾ। ਖੁਦਾ ਦੀ ਕਸਮ ਉਹ ਕਹਿਣਗੇ ਮੈਨੂੰ ਖੁਦ ਨਹੀਂ ਸਮਝ ਆਈ, ਇਹ ਬੰਦਾ ਕਹਿਣੇ ਦੀ ਕੀ ਕੋਸ਼ਿਸ਼ ਕਰ ਰਿਹਾ ਸੀ। ਇਹ ਤੇ AI ਦੀ ਤੁਸੀਂ ਕਹਿੰਦੇ ਹੋ, AI ਦੇ ਤੇ ਕੰਨ ਹੁੰਦੇ ਨੇ। ਕਿਸੇ ਗੂੰਗੇ ਬੋਲੇ ਅੰਨੇ ਨੂੰ ਸੁਣਾ ਦਿਓ ਨਾ ਡਿਬੇਟ ਤੇ ਆਖੇਗਾ ਇਹਨਾਂ ਨੂੰ ਕਿਰੇ ਲੈ ਜਾਓ, ਇਹਨਾਂ ਮਰਜ਼ਾਈਆਂ ਨੂੰ ਕਿਰੇ ਲੈ ਜਾਓ, ਕਿਰੇ ਹਸਪਤਾਲ ਦਾਖਲ ਕਰਨ। ਤੇ ਸਿਹਤ ਸ਼ਾਹੀ ਕੋਈ ਨਹੀਂ ਹੈ, ਆ ਗਏ ਨੇ ਤਬਲੀਗ ਕਰਨ ਉੱਤੇ ਚੜ ਕੇ। ਨਾ ਇਹਨਾਂ ਨੂੰ ਕੋਈ ਲਫ਼ਜ਼ ਬੋਲਣਾ ਆਉਂਦਾ, ਨਾ ਇਹਨਾਂ ਨੂੰ ਅੱਜ ਦੀ ਕੋਈ ਯਕੀਨ ਮੰਨੋ ਆਮਿਰ ਭਾਈ ਤੁਹਾਡੀ ਗੱਲ ਟੋਕੀ ਹੈ ਬੜੀ ਮਾਜ਼ਰਤ ਨਾਲ, ਲੇਕਿਨ ਮੈਂ ਇਤਨਾ ਮੈਨੂੰ ਇਤਨਾ ਗੁੱਸਾ ਇਸ ਤੇ ਅੱਜ ਆਇਆ ਨਾ ਕਿ ਬਿਲਕੁਲ ਜਹਾਲਤ ਦਾ ਪਣ ਪੂਰੀ ਕਸਮ ਖੁਦਾ ਦੀ ਅਕਾਦਮੀਅਤ ਬਿਲਕੁਲ ਉਸਨੂੰ ਨਹੀਂ ਸਮਝ ਕਿਆ ਉਸਨੇ ਕਿਹੜਾ ਹਵਾਲਾ ਪੇਸ਼ ਕਰਨਾ ਹੈ ਜਾਂ ਜ਼ਿਆ ਭਾਈ ਕਿਹੜਾ ਅਸੂਲ ਕੇ ਰੱਖ ਰਹੇ ਨੇ, ਸਵਾਲ ਕੇ ਕਰ ਰਹੇ ਨੇ, ਜਵਾਬ ਮੈਂ ਕੁਛ ਵੀ ਉਸ ਬੰਦੇ ਨੂੰ ਇੱਕ ਅਲਫ ਬੇ ਦਾ ਨਹੀਂ ਪਤਾ। ਮੇਰੇ ਕੋਲ ਪਤਾ ਮਨ ਕਿਸ ਨੂੰ ਆਖਦਾ ਜਾਂ ਜਿਹੜੇ ਅਸੂਲ ਜ਼ਵਾਬਤ ਹਨ ਉਹ ਕੀ ਨੇ, ਹਦੀਸ ਬਿਆਨ ਕਰਨੇ ਦੇ ਕਾਇਦੇ ਜ਼ਵਾਬਤ ਕੀ ਨੇ। ਇੱਕ ਯਕੀਨ ਮੰਨੋ ਕਿ ਇੱਕ ਜਾਹਿਲ ਇਨਸਾਨ ਵੀ ਇਸ ਤੋਂ ਜ਼ਿਆਦਾ ਜਾਣਦਾ ਹੈ। ਆਮਿਰ ਭਾਈ ਮੈਨੂੰ ਇਤਨਾ ਗੁੱਸਾ ਇਸ ਇਨਸਾਨ ਤੇ ਆਇਆ ਸਾਰੇ ਹੱਥ ਤੇ। ਉਹ ਫਿਰ ਐਂਡ ਤੇ ਆ ਕੇ ਸ਼ਰਮ ਪੇ ਕਰ ਪਤਾ ਕਿ ਤੂੰ ਸਾਨੂੰ ਆਪਣਾ ਡਿਕੋਰਮ ਠੀਕ ਕਰਨਾ ਪੈਂਦਾ। ਉਹ ਯਾਰ ਤੈਨੂੰ ਡਿਕੋਰਮ ਦੇ ਸਪੈਲਿੰਗ ਨਹੀਂ ਆਉਂਦੇ ਨੇ ਬੇਸ਼ਰਮ ਇਨਸਾਨ। ਬਸ ਇਸੇ ਤਰ੍ਹਾਂ ਹੀ ਜਹਾਲਤ ਨਿਰੀ। ਲੇਕਿਨ ਖੁਸ਼ੀ ਐਂਡ ਤੇ ਇਹ ਹੋਈ ਹੈ ਕਿ ਹਰ ਗੱਲ ਵਿੱਚ ਅਸੀਂ ਉਹਨਾਂ ਨੂੰ ਅਲਹਮਦੁਲਿਲਾ ਪਸਪਾ ਕੀਤਾ, ਹਰ ਗੱਲ 'ਚ ਉਹਨਾਂ ਨੂੰ ਜ਼ਲੀਲ ਕੀਤਾ, ਉਹਨਾਂ ਦਾ ਨੱਕ ਰਗੜਿਆ, ਜ਼ਮੀਨ ਦੇ ਉੱਤੇ ਉਹਨਾਂ ਦੀਆਂ ਲੀਕਾਂ ਕਢਵਾ ਕੇ ਟੋਰਿਆ। ਇਸ ਗੱਲ ਦੀ ਖੁਸ਼ੀ ਹੋਈ ਅਲਹਮਦੁਲਿਲਾ। ਇੱਕ ਗੱਲ ਆਖਰੀ ਜਿਹੜੀ ਰਹਿ ਗਈ ਸੀ, ਉਹ ਅੱਲਾਹ ਤਾਲਾ ਹਸਨ ਕਾਜ਼ਮੀ ਸਾਹਿਬ ਨੂੰ ਲੰਬੀ ਉਮਰ ਦੇ, ਇਹਨਾਂ ਦੇ ਇਲਮ ਅਮਲ 'ਚ ਇਜ਼ਾਫਾ ਫਰਮਾਏ। ਇਹਨਾਂ ਨੇ ਫੌਰੀ ਤੌਰ 'ਤੇ ਹਵਾਲਾ
ਕਿਉਂਕਿ ਮੈਂ ਉਸ ਵੇਲੇ ਇੱਕ ਹੱਥ ਮੇਰੇ 'ਚ ਮੋਬਾਈਲ ਸੀ ਤੇ ਇੱਕ ਹੱਥ 'ਚੋਂ ਗੱਡੀ ਅਨਲੋਡ ਹੋਣ ਲੱਗੀ ਸੀ, ਮੈਂ ਥੱਲੇ ਉਤਰਨ ਲੱਗਿਆ ਸੀ ਤੇ ਮੈਂ ਉਸੇ ਵਾਲਾ ਨਹੀਂ ਸੀ, ਉਹਨਾਂ ਨੇ ਫੌਰੀ ਤੌਰ ਤੇ ਹਵਾਲਾ ਲੈਣ ਦਾ ਜਿਹੜੀ ਰਹਿੰਦੀ ਕਸਰ ਸੀ ਉਹ ਵੀ ਨਿਕਲ ਗਈ, ਹਰ ਪਾਸੇ ਜ਼ਲੀਲ ਹੋ ਕੇ ਗਏ ਨੇ ਤੇ ਠੀਕ ਹੈ। कसम खुदा दी खलीफा भाई नाल मेरे अपने इख्तलाफ बहुत है ने और अपनी जगह ने, लेकिन आज मजा आ गया खलीफा ਛੋੜੋ भाई, ਇਹਨਾਂ ਨੂੰ आज तुसा ने जब बर वक्त आके कीता है ना, ਹਾਂਜੀ। मजा आ गया कसम ਇਹਨਾਂ खुदा दी। ਚੀਜ਼ਾਂ ਨੂੰ ਦੂਸਰਿਆਂ ਭਾਈਆਂ ਨੂੰ ਵੀ ਕਹੋ, ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਛੱਡੋ, ਰਲ ਕੇ ਇਹਨਾਂ ਦੀ ਮੰਜੀ ਠੋਕੋ, ਇੱਕ ਦੂਜੇ ਨੂੰ ਬਰਦਾਸ਼ਤ ਕਰ ਲਓ। ਹੁਣ ਅੱਜ ਤੋਂ ਬਾਅਦ मसला ਜਦੋਂ पता क्या है अमर भाई मसला पता क्या है कि कोई भी है, मेरा वड्डे तो वड्डा भी इख्तलाफ विच है या मेरा दुश्मन है ना, मुसलमान है ना, कादियानी सामने आके खलोएगा, खुदा दी कसम मेरा भरा है, मोंडा ला के नाल खलोसा। ਹਾਂਜੀ ਹਾਂਜੀ ਜ਼ਾਹਿਰ ਮੁਸਲਮਾਨ ਇਸਲਾਮ ਸਭ ਤੋਂ ਵੱਡਾ ਸਾਡਾ ਰਿਸ਼ਤਾ ਹੈ, ਮੁਸਲਮਾਨ ਦੇ ਦਰਮਿਆਨ ਸਭ ਤੋਂ आपस ਵੱਡਾ ते इख्तलाफ लगे रहंदे ने आमिर भाई, सकियां भरावां च मेरे अपने सकियां भरावां नाल इख्तलाफ है वो लगे रहंदे ने, मेरा इन्हां नाल है ओए, लेकिन जो इन्हां ने आके एंड ते जिहड़ी चपेड़ मारी है ना इस बेशरम इंसान नु, यकीन करो ये साल डेढ़ इसने ਕੰਨ 'ਚ ਗੂੰਜਦੀ ਰਹਿਸੀ। ਨਹੀਂ ਉਹ ਢੀਠ ਬੰਦੇ ਨੇ, ਉਹਨਾਂ ਨੂੰ ਕੋਈ ਨਹੀਂ, ਉਹਨੇ ਕੱਲ ਫਿਰ ਕੱਪੜੇ ਝਾੜ ਕੇ ਆ ਜਾਣਾ, ਉਹਨੇ ਕਹਿਣਾ ਇਬ ਕੇ ਮਾਰ ਕੇ ਦੇਖ, ਇਹ ਬੜੇ ਢੀਠ ਨੇ, ਇਹ ਨਾ ਸਮਝੋ ਕਿ ਇਹਨੇ ਖਾ ਲਈਏ ਤੇ ਹੁਣ ਇਹ ਕੋਈ ਸ਼ਰਮ ਕਰੇਗਾ, 2 ਦਿਨ ਬਰਾੜ ਤੇ ਨਹੀਂ ਆਉਣ ਲੱਗਾ। ਤੁਸੀਂ ਕੱਲ ਦੀ ਗੱਲ ਕਰਦੇ ਹੋਣੇ, ਮਲਕ ਦੀ ਬਰਾੜ ਲਾਈਏ, ਵੇਖਿਓ ਉਹਨੇ ਹੁਣੇ ਕੱਪੜੇ ਝਾੜ ਕੇ ਆ ਜਾਣਾ ਹੈ। ਆਹ ਇਹ ਕੱਪੜੇ ਝਾੜ ਗੱਲ ਕੇ ਆ ਤੇ ਬੜੀ ਜਾਣੇ। ਦੂਰ ਦੀ ਗੱਲ ਹੈ, ਉਹਨੇ ਮਲਕ ਦੀ ਬਰਾੜ ਤੇ ਹੁਣੇ ਝਾੜ ਲੈਣਾ, ਤੁਸੀਂ ਗਏ ਦੀ ਦੂਜੀ ਆਈਡੀ ਨੂੰ। ਇਹ ਭਾਈਜਾਨ ਮਿਰਜ਼ਾ ਕਾਦੀਆਨੀ ਨੇ ਐਸੀ ਕੌਮ ਪੈਦਾ ਕੀਤੀ ਹੈ ਜਿਹੜੀ ਕਹਿੰਦੀ ਹੈ 4 ਪਈਆਂ ਕਿੱਧਰ ਗਈਆਂ ਸਦਕੇ ਮੇਰੀਆਂ ਲੱਤਾਂ ਦੇ, ਇਹ ਉਹ ਮਿਰਜ਼ਾਈ ਨੇ। ਇਹਨਾਂ ਤੋਂ ਤਵੱਕੋ ਨਾ ਰੱਖੋ ਕਿ ਇਹ ਕੋਈ ਸ਼ਰਮ ਕਰਨਗੇ, ਝੂਠੇ ਪੈ ਜਾਣਗੇ, ਤੇ ਅਗਰ ਇਹ ਝੂਠੇ ਪੈ ਕੇ ਆਪਣੀ ਕਿਸੇ ਗੱਲ ਤੋਂ ਰਜੂਅ ਕਰਨ ਵਾਲੀ ਕੌਮ ਹੁੰਦੀ, ਮੈਨੂੰ ਦੱਸੋ ਫੜ ਕੇ ਇਹਨਾਂ ਨੂੰ ਡੰਡੇ ਨਾਲ ਕੱਢਣਾ ਪੈਂਦਾ ਕੌਮ ਚੋਂ, ਮਿਲਤ ਇਸਲਾਮੀਆ ਚੋਂ ਕਿਉਂ ਕੱਢਣਾ ਪਿਆ? ਸਿਰਫ ਇਸ ਢਟਾਈ ਦੀ ਵਜ੍ਹਾ ਤੋਂ ਕਿ ਇਹ ਝੂਠੇ ਹੋਣ ਦੇ ਬਾਵਜੂਦ ਆਪਣੀ ਗਲਤੀ ਨੂੰ ਤਸਲੀਮ ਕਰਨ ਵਾਸਤੇ ਤਿਆਰ ਨਹੀਂ ਹਨ, ਬਸ ਜ਼ਿੱਦ ਨੇ ਆਪਣੀ ਗੱਲ ਦੇ। ਹੁਣ ਵੇਖੋ ਨਾ, ਸਾਫ਼ ਮਿਰਜ਼ਾ ਕਾਦੀਆਨੀ ਨੇ ਇਹਦੀ ਗੱਲ ਦੇ ਖਿਲਾਫ ਗੱਲ ਕਹੀ ਹੈ, ਹਵਾਲਾ ਅੱਖਾਂ ਦੇ ਸਾਹਮਣੇ ਆ ਗਿਆ, ਉਹ ਲੱਗ ਪਿਆ ਉਹਦੀ ਟਰਾਂਸਲੇਸ਼ਨ ਕਰਨ ਤੇ ਕੀੜੀਆਂ ਝਾੜਨ ਲੱਗ ਪਿਆ ਉਹਦੇ ਨਾਲੋਂ, ਇਧਰ ਕੀੜੀ ਚੜੀ ਹੈ, ਇਧਰ ਕੀੜੀ ਚੜੀ। ਐਸੀ ਕੋਈ ਬੇਸ਼ਰਮ ਕੌਮ ਕਦੇ ਦੁਨੀਆ ਦੇ ਉੱਤੇ ਵੇਖੀ ਜਾਏ? ਮੈਂ ਕਿਹਾ ਤੂੰ ਸਿਰਫ 2 ਹਰਫੀ ਇੰਨਾ ਕਹਿ ਦੇ ਵੀ ਤੇਰਾ ਤੇ ਮਿਰਜ਼ਾ ਕਾਦੀਆਨੀ ਦਾ ਇੱਕ ਮੌਕਫ ਹੈ, ਤੇ ਅਸੀਂ ਆਵਾਮ ਦੇ ਅੱਗੇ ਪੇਸ਼ ਕਰ ਦੇਣੇ, ਜਾਂ ਕਹਿ ਦੇ ਕਿ ਤੇਰੀ ਗੱਲ ਗਲਤ ਸੀ, ਮਿਰਜ਼ਾ ਕਾਦੀਆਨੀ ਦੀ ਸਹੀ ਹੈ ਤੇ ਤੂੰ ਰਜੂ ਕਰਨਾ। 2 ਹੀ ਗੱਲਾਂ ਨੇ, ਖਾਮ ਖਾ ਤੂੰ ਲਗਾ ਇਹਦੇ ਤੇ ਅੰਗਰੇਜ਼ੀ ਕਰਕੇ ਤੇ ਇਹ ਬਿਲੀਫਸ, ਬੇਸਿਕ ਬਿਲੀਫ ਕੀ ਹੁੰਦੇ ਨੇ, ਤੇ ਫਲਾਣਾ ਕੀ ਹੁੰਦਾ ਤੇ ਟਮਕਾਣਾ ਕੀ ਹੁੰਦਾ। ਐਸੀ ਗੰਦੀ ਕੌਮ ਤੇ ਜ਼ਲੀਲ ਤੇ ਢੀਠ ਕੌਮ ਮੱਥੇ ਲੱਗੀ ਏ। ਇਹਨਾਂ ਦਾ ਉਹ ਹਿਸਾਬ ਹੈ, ਵੱਲਾ ਮੈਂ ਆਖਰੀ ਗੱਲ ਕਰਕੇ ਫਿਰ ਤੁਹਾਨੂੰ ਮਾਈਕ ਦੇਣਾ, ਜਿਹਨੇ ਗੱਲ ਕਰਨੀ ਕਰੋ। ਇਹਨਾਂ ਦਾ ਉਹ ਹਿਸਾਬ ਹੈ, ਸਾਡੇ ਪਿੰਡ ਇੱਕ ਬਾਬਾ ਸੀ ਤੇ ਉਹਦੇ ਮੁੰਡੇ ਸਨ 4 ਤੇ ਉਹਨਾਂ ਦੀਆਂ ਮਤਲਬ ਬੀਵੀਆਂ ਆਪਸ ਵਿੱਚ ਲੜਦੀਆਂ ਸਨ ਨਾ, ਨਵਾਂ ਉਹਦੀਆਂ ਬਾਬੇ ਦੀਆਂ, ਤੇ ਉਹ ਬਾਬਾ ਇੱਜ਼ਤ ਵਾਲਾ ਬੰਦਾ ਸੀ ਤੇ ਉਹ ਵੇਖਦਾ ਸੀ ਰੋਜ਼ ਵੇਰੇ ਈਦ ਬੜੀ ਦਾ ਸ਼ੁਰੂ ਹੁੰਦਾ ਤੇ ਉਹ ਬੜਾ ਤੰਗ ਸੀ। ਇੱਕ ਦਿਹਾੜੇ ਗੁੱਸੇ 'ਚ ਆ ਕੇ ਉਹਨੇ ਮੁੰਡਿਆਂ ਨੂੰ ਆਖਿਆ, ਉਹ ਮੁੰਡਿਓ ਤੁਹਾਡੀ ਮਾਂ ਦੀ ਫਲਾਂਟਿੰਗ ਕੀਤਾ, ਤੁਹਾਨੂੰ ਮੈਂ 1000 ਵਾਰੀ ਆਖਿਆ ਇਹਨਾਂ ਫਲਾਣੀਆਂ ਢੀਂਗੀਆਂ ਰੰਨਾਂ ਨੂੰ 10 ਲਿੱਤਰ ਸਵੇਰੇ ਉੱਠ ਕੇ ਉੱਠਦਿਆਂ ਮਾਰ ਛੜਿਆ ਕਰੋ ਤੇ 10 ਸ਼ਾਮੀ ਸੌਣ ਲੱਗਿਆ ਮਾਰ ਛੜਿਆ ਕਰੋ, ਸਾਡੇ ਘਰੇ ਕੰਜਰਖਾਨਾ ਨਾ ਪਵੇ। ਇਹ ਮਿਰਜ਼ਾਈ ਉਹ ਕੌਮ ਹੈ, ਇਹਨਾਂ ਨੂੰ 10 ਲਿੱਤਰ ਸਵੇਰੇ ਉੱਠਦਿਆਂ ਤੇ 10 ਸ਼ਾਮੀ ਸੌਣ ਲੱਗਿਆ, ਇਹ ਇਹਨਾਂ ਦੀ ਖੁਰਾਕ ਬਣ ਚੁੱਕੀ ਹੈ। ਐਸੇ ਢੀਠ ਹੋ ਗਏ ਨੇ, ਵਰਨਾ ਚਾਂ 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 ਕਦੇ ਇੱਥੇ ਕਦੇ ਉਸ ਬਰਾੜ ਤੇ ਕਦੇ ਉਸ ਬਰਾੜ ਤੇ। ਅੱਲਾ ਇਹਨਾਂ ਨੂੰ ਨਾਸ ਕਰੇ, ਇਹਨਾਂ ਦਾ ਇਸ ਦੁਨੀਆ ਤੋਂ ਤਬਾਹ ਕਰੇ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਆ ਕੇ ਬਦਤਮੀਜ਼ੀਆਂ ਨਾਲ ਬੇਹੂਦਗੀ ਨਾਲ ਬੋਲਣ ਲੱਗੇ ਸਨ। ਜਿੱਥੋਂ ਮੇਰਾ ਖੂਨ ਜਲਿਆ ਉੱਥੇ ਮੈਂ ਬਰਾੜ ਤੇ ਜਿੱਥੇ ਗਿਆ ਵਾਂ ਤੇ ਉਹ ਵੜੈਚ ਸਾਹਿਬ ਸਹੀ ਕਹਿ ਰਹੇ ਸਨ ਕਿ ਬਈ ਮੈਨੂੰ ਉਹਨੇ ਆਮਦਿਆਂ, ਅੱਛਾ ਬਰਾੜ ਤੇ ਐਂਟਰੀ ਕਿੰਜ ਹੋਈ ਹੈ, ਜੋ ਹੀ ਮੈਂ ਬਰਾੜ ਦੇ ਵਿੱਚ ਵੜਿਆ 3 ਜਾਂ 4 ਮਿਰਜ਼ਾਈ, ਅੱਲਾ ਗਵਾਹ ਹਲਫਨ ਕਹਿ ਰਿਹਾ ਮੈਂ, ਝੂਠੇ ਤੇ ਅੱਲਾ ਦੀ ਲਾਨਤ, 3 ਜਾਂ 4 ਮਿਰਜ਼ਾਈ ਮੈਨੂੰ ਗਾਲਾਂ ਕੱਢਦੇ ਬਰਾੜ ਤੋਂ ਉਤਰ ਗਏ ਨੇ। ਐ ਸਮੀਰ ਆ ਗਿਆ, ਐ ਖੰਜ਼ੀਰ ਆ ਗਿਆ, ਫਲਾਣਾ ਟਿੰਗਾ ਆ ਗਿਆ, ਦੀ ਭੈਣ ਦੀ, ਇਹਦੀ ਮਾਂ ਦੀ, ਅਸੀਂ ਐ ਲੱਗੇ ਜਾਂਦੇ ਹੋ। ਇੰਜ ਕਰਕੇ 3-4 ਮਿਰਜ਼ਾਈ ਉਹਦਾ ਪੈਨਲ ਹੀ ਖਾਲੀ ਕਰਕੇ ਚਲੇ ਗਏ ਨੇ। ਮੈਂ ਕੋਈ ਵੀ ਜਵਾਬ ਨਹੀਂ ਉਹਨਾਂ ਨੂੰ ਦਿੱਤਾ। ਫਿਰ ਆਏ ਨੇ, ਫਿਰ ਗਾਲਾਂ ਕੱਢਣ ਲੱਗੇ, ਫਿਰ ਹੀ ਮੈਂ ਕੋਈ ਜਵਾਬ ਨਹੀਂ ਦਿੱਤਾ। ਪੁੱਛ ਲਿਓ ਸਮੀਰ ਨੂੰ। ਲੇਕਿਨ ਜਦੋਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਗੰਦੇ ਗੰਦੇ ਅਲਫਾਜ਼ ਐਸੇ ਕਿ ਮੈਂ ਉਹ ਦੁਹਰਾ ਵੀ ਨਹੀਂ ਸਕਦਾ, ਉਹ ਗਾਲਾਂ ਨਾਲੋਂ ਘੱਟ ਨਹੀਂ ਹਨ, ਫਿਰ ਮੈਨੂੰ ਗੁੱਸਾ ਲੱਗਿਆ। ਫਿਰ ਮੈਂ ਮਾਈਕ ਫੜ ਕੇ ਤੇ ਛਿੱਤਰ ਫੇਰੇ ਨੇ, ਤੁਹਾਡੇ ਮਿਰਜ਼ੇ ਕਾਦੀਆਨੀ ਦਜਾਲ ਦੀ ਐਸੀ ਦੀ ਤੈਸੀ। ਮੈਂ ਕਿਹਾ ਤੁਸੀਂ ਮੈਨੂੰ ਗਾਲਾਂ ਕੱਢੀਆਂ ਨੇ, ਮੈਂ ਜਵਾਬ ਨਹੀਂ ਦਿੱਤਾ, ਲੇਕਿਨ ਤੁਸੀਂ ਮੇਰੇ ਨਬੀ ਦੇ ਉੱਤੇ ਭੌਂਕੋ ਦੇ ਕੁੱਤਿਆਰ, ਤੁਹਾਡੀ ਜ਼ੁਬਾਨ ਖਿੱਚ ਕੇ ਮੈਂ ਕੁੱਤਿਆਂ ਕੇ ਪਾ ਦਿਆਂਗਾ ਤੁਹਾਡੀ ਐਸੀ ਦੀ ਤੈਸੀ। ਤਾਂ ਇਸ ਤਰ੍ਹਾਂ ਗੱਲ ਸ਼ੁਰੂ ਹੋਈ ਹੈ। ਫਿਰ ਉਹ ਖਤਮੇ ਨਬੂਵਤ, ਇਹ ਆ ਗਏ ਖਤਮੇ ਨਬੂਵਤ ਤੇ ਗੱਲ ਸ਼ੁਰੂ ਹੋ ਗਈ, ਹੁੰਦੀ ਇੱਥੋਂ ਤੱਕ ਪਹੁੰਚੀ। ਬਹਰਹਾਲ ਜਿਹੜੇ ਭਾਈ ਉੱਥੇ ਦਾਤ ਦਿੰਦੇ ਰਹੇ ਨੇ, ਨਾਲ ਹੌਸਲਾ ਅਫਜ਼ਾਈ ਕਰਦੇ ਨੇ ਸਭ अस्सलाम वालेकुम अमन नज़ीर भाई। वालेकुम अस्सलाम वरहमतुल्लाहि वबरकातुहू। मैंने बस अफजल भाई एक छोटी सी बात कहनी है, वो ये कहनी है जी आप कहिए। मुझे अफजल भाई 1 मिनट सिर्फ, मुझे इस चीज़ पर हैरत हुई
کہ ابو مروان تجھے کسی نے تعارف نہیں کروایا, تو دیکھ تو صحیح اوپر پینل پہ بیٹھا کون ہے, تو منہ چک کے اتنے آ گیا تے اتنے آ کے سوال دا جواب تو دے رہے ہیں, تو اتنے گھما رہے ہیں سانو. مجھے اس بات کی سمجھ نہیں آتی کہ تجھے اردو پڑھنی نہیں آتی اور تو بیٹھ گیا میں نذیر کے سامنے, تو بیٹھ گیا ضیاء رسول کے سامنے. یہ حیرت ہے یار, ان کے کانفیڈنس پہ لعنت ہے, جینوئن ہوتا ہے, ان کے کانفیڈنس پہ لعنت ہے کہ بھائی جس کے لیے تم لوگوں نے بلیک لسٹیں تیار کر کے نام سر فہرست لکھے ہوئے ہیں, تم ان کے سامنے آ کے بتاؤ گے کہ تمہاری کتابوں میں کیا لکھا ہوا ہے. امیزنگ یار, امیزنگ. کانفیڈنس پہ لعنت ہے ایسے کہ وہ وہاں پر دیکھیں, اندازہ لگائیں. حیرت ہے مجھے یار, مجھے ہنسی آ رہی ہے. مجھے کہتے ہیں عربی میں نے کیا, میں نے کر لے عربی میں مناظرہ کر لے. 15 سال سے میں یو اے میں رہ رہا ہوں, کر لے عربی میں بات, مناظرہ کر لے آ کے. ادھر ہی اس کی ٹھس ہو گئی ہے وہیں پہ. عجیب جانور انسان ہے یہ لوگ, السلام علیکم. سمجھ سے باہر ہے. میں وعلیکم نے السلام. میں نے ایک چھوٹی سی بات کرنی ہے. پہلی تو بات یہ ہے کہ یہ اتنے عرصے سے انہوں نے یہ ادھم مچایا ہوا ہے کہ یہ جی فرقے ہیں آپس میں ان کا یہ ہے. آج دن تک یہ نہ عمر بھائی نے بات کی, نہ کسی نے یہ حوالہ پیش کیا. یہ بہت پہلے پیش کر دینا چاہیے تھا, ہمارے پاس بھی کوئی ٹول ہوتا. مجھے بھی آج ہی پتہ چلا کہ مرزا قادیانی نے کیا لکھا ہوا. بہرحال آج ہو گیا, بہت اچھا ہوا, اور جو اس کو بھاگنا پڑا وہاں سے, دیٹ از ایکسیلنٹ. اس گلے میں مسلمان بخیل آندے جے والا موقع تے میں سام کے رکھنا, میں نہ کرے موقع ضیاء بھائی بھابی نے چھپا کے رکھیا سی والا. مسلمان آندے نے بڑا بخیل ہے, والا ہی نہیں دیندا کسے. اچھا, تو دوسری خلیفہ وقت بھائی, تو سب دی ڈبیٹ کوئی نہیں ہونی, تے اگر ہو بھی گئی تو انہاں تانوں مرزائیاں دے لٹریچر چ کوئی چیز پیش نہیں کرن دینی. ایک کل رات نو انہوں نے درمیان بہت وڈی بحث ہوئی ہے, تے پہلے تو گل ہے وہ وائسز فار پیس نس جانا ہے. اگر وہ نس نہ گیا تو انہاں ایسا شرط رکھ دینی ہے درمیان چ کہ تہاڈی ڈبیٹ کوئی نہیں ہونی. مزیدار بات یہ ہے کہ میں نا ابھی تمام امت مرزیہ کو یہ بتا دوں کہ اگر اپنے مناظر کو عزت بچانی ہے اس کی اور اپنی جماعت کی, تو ڈیبیٹ کر لو, ٹل لگا لو, کینسل کر لو. نہیں تو ابھی کہہ رہا ہوں, خدا واحد جانتا ہے تمہارے ڈیبیٹر کا پہلے 10 منٹ کے اندر پتہ صاف ہے. میری اوپننگ کے بعد ہی ختم ہے اس کا پورے کا پورا پتہ. واقعی بچنا چاہتے ہو, کوئی چیز لے کے اپنا بندہ غائب کر دو کہیں پہ یا کچھ بھی. لیکن جو یہ کہہ رہے ہیں نئی شرطیں ڈالیں گے, میرے پاس ریکارڈڈ پری ڈیبیٹ ڈسکشن پڑی ہوئی ہے پوری کی پوری 10-15 منٹ کی, جس کے اندر ایسی باتیں ہیں کہ میں نے اس کو اپلوڈ نہیں کیا ابھی, کیونکہ جو راتھوڑ صاحب ہیں ماشاءاللہ وہ حدیث کا میرے سے پوچھ رہے تھے, اور آپ اندازہ لگائیں کیسا اصول ہے. کہتے ہیں محدثین نے تو متن پہ کلام ہی نہیں کیا. جب میں نے انہیں کہا ہے کہ راتھوڑ صاحب آپ ذرا دیکھیں, آپ کے مطالعے میں مجھے تھوڑی سی نا قلت لگ رہی ہے, تھوڑی قلت عرفان مجھے نظر آ رہا ہے, تو ساتھ ہی کہتے ہیں دکھائیں مجھے, بتائیں مجھے. میں نے کہا مسلم کا مقدمہ پڑھ لیں, آپ کو سب چیز سمجھ میں آ جائے گی. متن پہ بھی کلام ہوتا ہے, محدثین متن پہ بھی کلام کرتے ہیں, اسی کو شاذ کہتے ہیں. تو خیر ان کو یہی ہے اپنا راجہ جاوید صاحب, یہ مناظرہ ہونا ہے اور انشاءاللہ ضرور ہونا ہے. حدیث کے 5 اصولوں میں سے 3 سند پر ہیں, 2 متن پر ہیں. ہاں جی, ان کو کہتے ہیں محدثین نے تو کبھی کلام ہی نہیں کیا. ان کو اسی پر یہ جب پری ڈیبیٹ ڈسکشن ہوگی وہ میں آپ کو انشاءاللہ تعالیٰ وہ بھی سنواؤں گا, لیکن ابھی میں نے اس کو رکھا ہوا اس لیے کہ تاکہ یہ اگر مکریں تو انشاءاللہ تعالیٰ وہ چیز سامنے آ جائے گی انشاءاللہ. سر جی کل رات کو رجا تالمنان نے یہ مشورہ دیا ہے کہ قرآن سے صرف بات کرنی ہے, ہماری کتب سے یہ جو لوگ اعتراض اٹھا کر لے آتے ہیں وہ اس کو کرنے نہیں دینے. اس نے کہا جی کہ اگر ہماری کتب سے کوئی بات ہوگی تو پھر میں ڈیبیٹ نہیں کروں گا. راجہ صاحب ان کی کتبات جب تک ہم جلا نہیں دیتے, ان کی کتبات کو جب تک ہم جلا نہیں دیتے, یہ نیا لفظ امن نذیر بھائی ملا ہے, کتبات چھوڑیں گے نہیں ان کی کتبات. سوری افضل صاحب, میں تواڈے ٹارن چ گل کیتی سی تے تسی ہیوی مانچسٹر تو ہو, تو تسی گل کر لو. کوئی گل نہیں میرا بھرا, اسی سارے بھرا ہی بیٹھے ہوئے ہیں اور اپنے نبی پاک صلی اللہ علیہ وآلہ وسلم دی حرمت دی حفاظت واسطے اسی سارے مقدمے لڑ رہے ہیں, اور اللہ تعالیٰ سن سب نو توفیق عطا فرمائے. اور جڑے بول رہے نے خلیفہ وقت عمران نذیر بھائی اور ضیاء رسول بھائی, یہ ساڈے بڑے احترام دی جگہ نے, کیونکہ جس طرح گفتگو کرتے ہیں سانو تو وہ ملکہ ہی نہیں حاصل ہے. لیکن میں ایک چیز سے بڑا حیران ہویا سا, جس طرح عمران کالو
ਜਿਹੜਾ ਉਹਦਾ ਪੜ੍ਹ ਰਿਹਾ ਸੀ ਤਹਿਰੀਰ ਮਿਰਜ਼ਾ ਕਾਦੀਆਨੀ ਸੁੰਦੀ ਦੀ, ਉਸ ਵਕਤ ਉਹਨੇ ਕਿਧਰੇ ਵੀ ਉੱਥੇ ਨਹੀਂ ਸੀ ਲਿਖਿਆ ਕਿ ਇਹਦੇ ਵਿੱਚੋਂ ਉਹਦੀ ਮਿਰਜ਼ੇ ਦੀ ਨਬੂਵਤ ਸਾਬਤ ਹੁੰਦੀ ਹੈ। ਤੇ ਜ਼ਿਆ ਰਸੂਲ ਭਾਈ ਬਾਰ-ਬਾਰ ਪੁੱਛ ਰਹੇ ਸਨ ਕਿ ਇਹਦੇ 'ਚ ਨਬੂਵਤ ਕਿੱਥੇ ਸਾਬਤ ਹੁੰਦੀ ਹੈ, ਇਹ ਤੇ ਦੱਸ ਨਾ। ਤੇ ਉਹਦਾ ਜਵਾਬ ਹੀ ਨਹੀਂ ਸੀ ਦਿੰਦਾ। ਉਹ ਬਸ ਉਹ ਆਖਰ ਤੇ ਲੱਗਿਆ ਸੀ ਕਿ ਹਜ਼ਰਤ ਈਸਾ ਅਲੈਹਿਸਲਾਮ ਜਿਹੜੇ ਨੇ ਉਹਨਾਂ ਆਖਰ ਤੇ ਆਉਣਾ, ਉਹਨਾਂ ਆਖਰ ਤੇ ਆਉਣਾ। ਉਹ ਅੱਲਾ ਦੇ ਬੰਦੇ, ਉਹਨਾਂ ਨਬੀ ਬਣ ਕੇ ਨਹੀਂ ਆਣਾ, ਉਹਨਾਂ ਨੂੰ ਨਬੂਵਤ ਪਹਿਲੇ ਮਿਲ ਚੁੱਕੀ ਹੋਈ ਹੈ। ਇਹ ਚੀਜ਼ ਉਹਨਾਂ ਦੀ ਸਮਝਦਾਨੀ ਦੇ ਵਿੱਚ ਪਤਾ ਨਹੀਂ ਕਿਉਂ ਨਹੀਂ ਆਉਂਦੀ, ਜਾਂ ਬਹਿਸ ਬਰਾਏ ਬਹਿਸ ਕਰਦੇ ਨੇ। ਇਸ ਚੀਜ਼ ਦੀ ਮੈਨੂੰ ਕੋਈ ਸਮਝ ਨਹੀਂ ਆਈ। ਔਰ ਆਖਰ ਦੇ ਇਮਰਾਨ ਨਜ਼ੀਰ ਭਾਈ ਨੇ ਜਿਸਲੇ ਉਹਨੂੰ ਆਖਿਆ ਨਾ ਕਿ ਉਹਦੀ ਨਬੂਵਤ ਦੇ ਉੱਤੇ ਅਸੀਂ ਡਿਬੇਟ ਕਰ ਲੈਂਦੇ ਹਾਂ, ਤਾਂ ਮੈਨੂੰ ਪੂਰਾ ਯਕੀਨ ਹੈ ਕਿ ਇਸ ਤੋਂ ਵੀ ਨਸ ਜਾਂਦੇ। ਔਰ ਅਗਰ ਉਹਨੇ ਕੀਤੀ ਵੀ ਅਗਲੇ ਹਫਤੇ, ਤੇ ਉਹਦੇ ਵਿੱਚ ਵੀ ਉਹ ਸ਼ਾਤਮੀਅਤ ਕਰੇਗਾ, ਉਹਦੇ ਵਿੱਚ ਵੀ ਐਸੀਆਂ ਗੱਲਾਂ ਅੰਬੀਆ ਇਕਰਾਮ ਦੇ ਨਾਲ ਮਨਸੂਬ ਕਰਨ ਦੀ ਕੋਸ਼ਿਸ਼ ਕਰੇਗਾ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੋਏਗਾ, ਔਰ ਸਾਡੇ ਜਜ਼ਬਾਤ ਦੇ ਨਾਲ ਖੇਡਣ ਦੀ ਕੋਸ਼ਿਸ਼ ਕਰੇਗਾ। ਮਿਰਜ਼ਾ ਤੇ ਹੈ ਹੀ ਝੂਠਾ, ਔਰ ਉਹਦੀ ਤੇ ਪੂਰੀ ਜ਼ਿੰਦਗੀ ਝੂਠ, ਦਜਲ, ਫਰਾਡ, ਚੋਰੀ, ਹਰ ਚੀਜ਼ ਜ਼ਨਾਕਾਰੀ ਦੇ ਵਿੱਚ ਮੁਲਵਸ ਪਾਈ ਗਈ ਹੈ। ਔਰ ਫਿਰ ਸਾਡੇ ਅੰਬੀਆ ਇਕਰਾਮ ਦੇ ਉੱਤੇ ਵੀ ਇਲਜ਼ਾਮਾਤ ਉਹ ਲਗਾਉਂਦੇ ਨੇ, ਜਿਹਦਾ ਸਾਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ। ਔਰ ਫਿਰ ਇਹ ਗੱਲ ਕਿ ਜਿਸ ਵਕਤ ਡਿਬੇਟ ਉਸ ਵਕਤ ਹੀ ਖਤਮ ਹੋ ਗਈ ਸੀ ਜਿਸ ਵਕਤ ਉਹ ਆਪਣੇ ਮਰਜ਼ਈ ਕਾਦੀਆਨੀ ਦੇ ਦਰੂਦੋ ਸਲਾਮ ਪੜ੍ਹਨ ਲੱਗ ਪਿਆ ਸੀ। ਮੈਂ ਕਿਹਾ ਉਹਨੇ ਨਸਣ ਦੀਆਂ ਤਿਆਰੀਆਂ ਕਰ ਰਿਹਾ ਵੇ, ਔਰ ਜ਼ਿਆ ਰਸੂਲ ਭਾਈ ਨੇ 2-3 ਦਫਾ ਇਗਨੋਰ ਕੀਤਾ। ਫਿਰ ਮਜਬੂਰ ਹੋ ਕੇ ਉਹਨਾਂ ਫਿਰ ਆਖਿਆ ਵੇ ਕਿ ਭਾਈ ਇਹ ਨਾ ਕਰੇ, ਤੇ ਫਿਰ ਉਲਟਾ ਚੋਰ ਕੋਤਵਾਲ ਨੂੰ ਡਾਂਟੇ, ਕਹਿੰਦਾ ਜੀ ਇਹ ਹੁਣ ਅਸੀਂ ਇਹ ਨਸਣ ਦੀ ਤਿਆਰੀ ਕਰ ਰਹੇ ਨੇ। ਉਹ ਭਾਈ ਤਿਆਰੀ ਤਾਂ ਤੂੰ ਕਰ ਰਿਹਾ, ਮੈਂ ਜਿਸ ਤਰ੍ਹਾਂ ਇੱਕ ਡਿਬੇਟ ਦਾ ਅਸੂਲ ਤੈਅ ਹੋ ਗਿਆ ਕਿ ਇਹਦੇ ਵਿੱਚ ਸਿਰਫ ਸਾਹਬ ਬੁਲਾਇਆ ਜਾਏਗਾ, ਉਹਦੇ ਤੇ ਦਰੂਦੋ ਸਲਾਮ ਨਹੀਂ ਪੜਿਆ ਜਾਏਗਾ। ਪਹਿਲੇ ਕਦਮ ਦੇ ਤੇ ਤੂੰ ਜਿਹੜੀ ਇਹ ਡਿਬੇਟ ਦਾ ਅਸੂਲ ਤੋੜਿਆ ਵੇ, ਲੇਕਿਨ ਉਸ ਦੇ ਉੱਤੇ ਵੀ ਉਹ ਨਹੀਂ ਆਉਂਦੇ ਹੈ। ਔਰ ਫਿਰ ਥੱਲਿਓਂ ਮਰਜ਼ਈ ਸੀ ਕਿ ਗਾਲੀ ਗਲੋਚ ਸ਼ੁਰੂ ਕੀਤੀ ਜਾਏ, ਲੇਕਿਨ ਸ਼ੁਕਰ ਅਲਹਮਦੁਲਿਲਾ ਉਸ ਤਰ੍ਹਾਂ ਨਹੀਂ ਹੋਈ ਹੈ ਜਿਸ ਤਰ੍ਹਾਂ ਮਰਜ਼ਈਆਂ ਦਾ ਵਤੀਰਾ ਹੈ। ਅੱਲਾਹ ਪਾਕ ਦਾ ਸ਼ੁਕਰ ਹੈ। ਔਰ ਮੈਂ ਹਮੇਸ਼ਾ ਆਪਣੇ ਹਸਬੈਂਡ ਜੀ ਜਿਸ ਵੇਲੇ ਉਹ ਆਇਆ ਸੀ ਨਾ ਹਮਦਿਨ ਸ਼ੁਰੂ 'ਚ ਉਹਨੇ ਇੱਕ ਵਾਰੀ ਲੈ ਸਲਾਮ ਆਖਿਆ ਸੀ, ਤੇ ਮੈਂ ਉਸੇ ਵੇਲੇ ਉਹਦੇ ਮੂੰਹ 'ਚ ਤੁੰਨ ਦਿੱਤਾ ਸੀ ਕਜ਼ਾਬ ਦੇ ਜਾਲ। ਤੇ ਫਿਰ ਉਹਨੇ ਕਾਫੀ ਕੋਈ ਘੰਟਾ ਡੇਢ ਮਿਰਜ਼ਾ ਸਾਹਿਬ ਹੀ ਲੱਗਾ ਰਿਹਾ। ਆਖਰ ਤੇ ਆ ਕੇ ਹੁਣ ਉਹ ਚਾਹੁੰਦਾ ਸੀ ਕਿ ਅੱਗੋਂ ਕੋਈ ਜ਼ਿਆ ਭਾਈ ਜਵਾਬ ਦੇਣ, ਤੇ ਉਹ ਆਖਰ ਤੇ ਆ ਕੇ ਫਿਰ ਉਹਨੂੰ ਲੈ ਸਲਾਮ ਕਹਿਣ ਲੱਗ ਪਿਆ। ਵਰਨਾ ਜ਼ਿਆ ਭਾਈ ਉਸ ਵੇਲੇ ਮੌਜੂਦ ਵੀ ਨਹੀਂ ਸਨ। ਤੇ ਮੈਂ ਇਹਨਾਂ ਨੂੰ ਮੈਸੇਜ ਕਰਤਾ ਸੀ ਕਿ ਜਿਉਂ ਇਹ ਆਇਆ ਤੇ ਨੇ ਆਮਦਿਆਂ ਮੇਰੇ ਸਾਹਮਣੇ ਲੈ ਸਲਾਮ ਆਖਿਆ, ਮੇਰੇ ਸਾਹਮਣੇ ਨਾ ਆਖੀ ਮੈਂ ਉਹ ਕਜ਼ਾਬ ਤੇ ਦਜਾਲ ਕਹਾਂਗਾ, ਕਿਉਂ ਮੇਰਾ ਕੀਦਾ ਹੈ? ਜੇ ਤੂੰ ਆਪਣਾ ਕੀਦਾ ਬਿਆਨ ਕਰਦਾ ਮੈਂ ਆਪਣਾ ਕੀਦਾ ਬਿਆਨ ਕਰਨੀ ਗੱਲ ਕਰਨੀ ਤੇ ਦੌੜ ਜਾ ਤੂੰ, ਤੇਰੀ ਐਸੀ ਦੀ ਤੈਸੀ। ਤੇ ਉਹ ਜ਼ਿਆ ਭਾਈ ਦੇ ਸਾਹਮਣੇ ਆਖਰ ਤੇ ਜਾ ਕੇ ਲੈ ਸਲਾਮ ਤਾਂ ਪੜ੍ਹਨ ਕਰਨ ਲੱਗ ਪਿਆ ਸੀ। ਉਹਦਾ ਆਪਣਾ ਮਤਲਬ ਸੀ ਕਿ ਮੇਰੀ ਜਾਨ ਛੁੱਟੇ ਹੋਣੇ, ਕੰਬਲ ਨੂੰ ਮੈਂ ਛੱਡਣਾ, ਕੰਬਲ ਮਨ ਨਹੀਂ ਪਿਆ ਛੱਡਦਾ। ਇਹ ਹਾਲਾਤ ਹੋਏ ਪਏ ਸੀ। ਵਾਲੇਕੁਮ अस्सलाम जी। अब्दुल्ला भाई कर लो गल होवे ते दूसरी। अच्छा मैं कहना ज़िया भाई बहुत बहुत मुबारक होवे। ते दूसरी गल मैं करनी सी उंज ये 24 घंटे सानू लगातार बराडां ला के ते गालां कढदे ने। उस वे ना इन्हां दियां बच्चियां कोल रोंदियां ने, ना इन्हां दियां जनानियां कोल होंदियां ने, ते ना इन्हां नूं पिछों किसी काम दा फोन आउंदा है। ते जिउं ही साडे सामने बहिंदे ने ते कोल बच्चियां नूं बहा लैंदे ने, बच्चियां रोण लग पैंदियां ने, ते जनानियां नूं कोल बहा लैंदे ने। ते आहे जी सानू काम तो बहुत फोन आ रहे ने। बस और दौड़न का बहाना ही होंदा ना, एक दौड़न का बहाना ही होंदा। लाजवाब होए पे सन। ते बहरहाल मेरा ख्याल है कि जिन्नी कि छतरोल अज हो गई ने, ये अज दी रात सौखी लंघ जाती ने, ते बच्चों कल फिर सही इंशाल्लाह नवें सो नवें। इन्हां नूं किहड़ा कोई मैं तुहानूं दसना भी कोई आदत है। वो खलीफा वक्त पे आंदे सन ना बई ਇਹਦੀ कॉन्फिडेंस ਨੂੰ सलाम, मैं कॉन्फिडेंस नहीं, ਇਹਦੀ टटाई ਨੂੰ आखो, ਇਹਦੀ डटाई ਨੂੰ सलाम करो। ऐसी ढीठ कौम छित्तर खा के झूठे पै के जलील हो के आप मनते ने पे कि तुसीं सानूं जलील करन लगे हो। जलील कर क्यों ना जलील करिए तुहानूं, क्यों ना तुहानूं जलील करिए? मनाजरा करन तुसीं घरों आ गए हो। एक बारी आंदे साडी उर्दू नहीं सही, दूजा आंदा मेरी पंजाबी नहीं सही, तीजा आंदा मेरी पिन्नी दुखदी है, चौथा आंदा मेरे गोडे 'च दर्द है। तो जाओ पहला अपना इलाज करा के आओ, अपनी उर्दू पंजाबी पश्तो अरबी सही करके आओ। जे तुहानूं लफज नहीं पढ़ना आंदा उर्दू दा, मकामे मदा नहीं पढ़ना आंदा, ते कुतबात लफज किनों कढ के लिया के ते तुक्के मारन लगे हो। जे तुहानूं अपने मिर्जा कादियानी दीयां इबारतां दा नहीं पता
ਕਿ ਮੁਸਲਮਾਨਾਂ ਦੇ ਫਿਰਕਿਆਂ ਦੇ ਦਰਮਿਆਨ ਅਸੂਲ ਦਾ ਫਰਕ ਹੈ ਜਾਂ ਫਰਾ ਦਾ ਫਰਕ ਹੈ, ਤੇ ਫਿਰ ਤੁਸੀਂ ਇੱਥੇ ਆਏ ਅੰਬ ਲੈਣ ਹੋ। ਪਹਿਲਾਂ ਘਰ ਤਿਆਰੀ ਕਰਕੇ ਆਓ, ਮੁਸਲਮਾਨਾਂ ਦੇ ਸਾਹਮਣੇ ਬਹਿਣਾ ਹੈ ਤੇ ਪਹਿਲਾਂ ਆਪਣੀਆਂ ਕਿਤਾਬਾਂ ਪੜ੍ਹੋ ਤੇ ਕੋਈ ਇਬਾਰਤ ਪੜ੍ਹਨੀ ਸਿੱਖੋ। ਉਸ ਬੰਦੇ ਨੂੰ ਅੱਗੇ ਲਿਆਓ ਜਿਹਨੂੰ ਕੋਈ ਇਬਾਰਤ ਅਰਬੀ ਦੀ ਜਾਂ ਉਰਦੂ ਦੀ ਸਿੱਧੇ ਅੱਖਰ 4 ਪੜ੍ਹਨੇ ਆਉਂਦੇ ਨੇ, ਜਿਹਨੂੰ ਲਫ਼ਜ਼ ਨਹੀਂ ਬੋਲਣਾ ਆਉਂਦਾ। ਸਿਰਫ ਇਸ ਗੱਲ ਤੁਸੀਂ ਉਹਨੂੰ ਅੱਗੇ ਕਰਦੇ ਹੋ ਕਿ ਉਹ ਗਾਲਾਂ ਨਬੀਆਂ ਨੂੰ ਚੰਗੀਆਂ ਕੱਢ ਲੈਂਦਾ ਹੈ। ਇਹ ਹੀ ਮੈਂ ਤੁਹਾਨੂੰ ਦੱਸਾਂ, ਅੱਲਾ ਵਹਦਹੁ ਲਾ ਸ਼ਰੀਕ ਦੀ ਕਸਮ ਖਾ ਕੇ ਮੈਂ ਕਹਿ ਰਿਹਾ, ਮਿਰਜ਼ਾ ਕਾਦੀਆਨੀ ਨੂੰ ਵੀ ਜਿਹੜੇ ਉਲਮਾ ਨੇ ਆਖਿਆ ਸੀ ਕਿ ਇਹ ਮੁਸਲਮਾਨਾਂ ਦੀ ਤਰਫੋਂ ਵਾਵਾ ਮੁਨਾਜ਼ਰਾ ਕਰ ਲੈਂਦਾ ਹੈ, ਅੱਲਾ ਦੀ ਕਸਮ ਖਾ ਕੇ ਕਹਿੰਦਾ ਇਹ ਹੀ ਉਹਦੇ 'ਚ ਖੂਬੀ ਸੀ ਕਿ ਬੇਗੈਰਤੀ ਕਰਦਾ ਸੀ, ਬੇਹਯਾਈ ਕਰਦਾ ਸੀ, ਦੂਸਰਿਆਂ ਦੇ ਅਕਾਬਰ, ਮਿਸਾਲ ਦੇ ਤੌਰ ਤੇ ਹਿੰਦੂਆਂ ਦੇ ਪਰਮੇਸ਼ਵਰ ਦੇ ਬਾਰੇ, ਕ੍ਰਿਸ਼ਨਾ ਦੇ ਯਸੂਲ ਮਸੀਹ ਦੇ ਬਾਰੇ, ਇਸੇ ਤਰ੍ਹਾਂ ਸਿੱਖਾਂ ਦੇ ਗੁਰੂਆਂ ਦੇ ਬਾਰੇ ਜਿਹੜੀ ਬਦਤਮੀਜ਼ੀ ਬੇਹਯਾਈ ਉਹ ਕਰ ਲੈਂਦਾ ਸੀ ਆਪਣੇ ਇਸ਼ਤਿਹਾਰਾਂ ਵਿੱਚ, ਆਪਣੇ ਰਸਾਲਿਆਂ ਵਿੱਚ, ਆਪਣੀ ਜ਼ੁਬਾਨ ਨਾਲ। ਮੁਸਲਿਮ ਉਲਮਾ ਉਹਨੂੰ ਕਹਿੰਦੇ ਸਨ ਇਹ ਉਲਮਾ ਦੇ ਸ਼ਾਨ ਨਿਸ਼ਾਨ ਨਹੀਂ। ਮੈਂ ਸ਼ੇਖ ਬਟਾਲਵੀ ਦਾ ਖਤ ਵਾਹਨਾ 1887 ਦਾ, ਉਹਨਾਂ ਕਿਹਾ ਜਿਹੜੀ ਤੂੰ ਜ਼ੁਬਾਨ पे ਇਸਤੇਮਾਲ ਕਰਨਾ ਨਾ, ਇਹ ਉਲਮਾਏ ਇਸਲਾਮ ਦੇ ਸ਼ਾਨ ਨਿਸ਼ਾਨ ਨਹੀਂ। ਜੇ ਤੂੰ ਮੁਸਲਮਾਨਾਂ ਦੀ ਤਰਫੋਂ ਮੁਨਾਜ਼ਰਾ ਕਰਨਾ ਤੇ ਬੰਦੇ ਦਿਆਂ ਪੁੱਤਰਾਂ ਗੱਲ ਕਰ, ਕਿਸੇ ਨਾਲ ਕਿਤਾਬ 'ਚ ਲਿਖਣਾ ਚੱਜ ਦਾ ਲਫ਼ਜ਼ ਲਿਖ। ਇਹ ਹੀ ਉਹਦੇ 'ਚ ਖੂਬੀ ਸੀ। ਜਿਹੜਾ ਵੱਡੇ ਤੋਂ ਵੱਡਾ ਸ਼ਾਤਮ ਹੋਵੇਗਾ, ਜਿਹੜਾ ਵੱਡੇ ਤੋਂ ਵੱਡਾ ਗਾਲੀਬਾਜ਼ ਹੋਵੇਗਾ, ਮਿਰਜ਼ਾ ਕਾਦੀਆਨੀ ਤੋਂ ਲੈ ਕੇ ਅੱਜ ਦੀ ਤਰੀਕ ਤੱਕ, ਉਹ ਸਭ ਤੋਂ ਵੱਡਾ ਇਹਨਾਂ ਦਾ ਮੁਨਾਜ਼ਰ ਹੁੰਦਾ ਹੈ। ਇਹਦੇ 'ਚ ਹੋਰ ਕਿਹੜੀ ਖੂਬੀ ਹੈ? ਜਿਹਨੂੰ ਲਫ਼ਜ਼ ਮਦਾਹ ਨਹੀਂ ਪੜ੍ਹਨਾ ਆਉਂਦਾ, ਇਹਦੇ 'ਚ ਹੋਰ ਕਿਹੜੀ ਖੂਬੀ ਹੈ? ਇਹਦੇ 'ਚ ਆਹੀ ਖੂਬੀ ਹੈ ਕਿ ਸ਼ਾਤਮੀਅਤ ਕਰਦੇ ਨੇ। ਰਾਜਪਾਲ ਦੀ ਕਿਤਾਬ ਪੜ੍ਹੀ ਇੱਥੇ, ਇਹ ਉਮੁਲ ਮੋਮਿਨੀਨ ਨੂੰ ਗਾਲਾਂ ਕੱਢ ਚੁੱਕਿਆ, ਸਹਾਬਾ ਨੂੰ ਗਾਲਾਂ ਕੱਢ ਚੁੱਕਿਆ, ਨਬੀ ਪਾਕ ਨੂੰ ਗਾਲਾਂ ਕੱਢ ਚੁੱਕਿਆ। ਇਹੀ ਖੂਬੀ ਹੋ ਰਹੀ, ਇਹਦੇ 'ਚ ਕਿਹੜੀ ਖੂਬੀ ਹੈ? ਇਹਦੇ ਪਰਲੇ ਦਰਜੇ ਦਾ ਜਾਹਿਲ ਤਿੰਨ ਪਾੜੇ ਤਾਂ ਉਹਦੀ ਛਤਰੋਲ ਕੀਤੀ ਪੜ ਰਿਹਾ ਸੀ, ਤਾਂ ਉਹਨੂੰ ਜ਼ਲੀਲ ਕਰਨ ਲੱਗੇ ਸੀ, ਤਾਂ ਉਹਦਾ ਨੱਕ ਰਗੜਨ ਲੱਗੇ ਸੀ, ਤਾਂ ਕਿ ਨਾ ਬੇਗੈਰਤਾਂ ਕੋਈ ਗੈਰਤ ਪੈਦਾ ਹੋਵੇ ਕਿ ਅਸੀਂ ਕਿਸ ਬੰਦੇ ਨੂੰ ਅੱਗੇ ਕਰਨ ਲੱਗੇ ਹਾਂ। ਇਹਨੇ ਮੁਨਾਜ਼ਰਾ ਕਰਨਾ ਹੈ ਜਿਹੜਾ ਗਾਲੀਬਾਜ਼ ਹੈ। ਤੁਸੀਂ ਕਿਸੇ ਆਲਮ ਨੂੰ ਲੈ ਕੇ ਆਓ, ਤੁਸੀਂ ਮੁਬਸ਼ਰ ਕੱਲ੍ਹ ਨੂੰ ਬਾਹਰ ਕੱਢੋ, ਆਪਣੇ ਮਰਬੀਆਂ ਨੂੰ ਬਾਹਰ ਕੱਢੋ। ਤੁਸੀਂ ਗਾਲੀਬਾਜ਼ ਸਾਡੇ ਅੱਗੇ ਕੀਤੇ ਹੁੰਦੇ ਨੇ, ਇਹ ਮੁਨਾਜ਼ਰਾ ਕਰੇਗਾ। ਤੇ ਜਿਹੜੇ ਇਹ ਬਗਲੋਲ ਜੇ ਨਹੀਂ ਲਗੇ ਫਿਰਦੇ, ਬਗਲੋਲ पता क्या करेंगे? सैनी साहब आप पीछे हट जाएं, आमिर भाई के साथ ये हमारा मुनाजर बात करेगा, जेड़ा वड्डा गालीबाज ओनू अगे करेंगे, जेड़ा शातम होगा। ए अपने तो भले मानस बने ने, ए त्रै चार जिन्हां दा मैं नाम नहीं लेना चाहता, मैं दस छड़िया बगलोल जे ने, सब शातम ने। सब दा दिल करदा है कि जेड़ा शातम चंगी कर लैंदा, शातमियत कर लैंदा, ओनू अगे कर दईए। यही साडा दफा है, वरना होर दफा ते है ही नहीं। जवाब ना खत्मे नबूवत दे कीते दा है, ना ओहदियां तहरीरां दा जवाब है, ना उन्हां झूठां दा दफा है। मैं आख्या ना, मूँह मंगिया मैं इनाम देना, कोई मिर्जाई साबित कर दे कि मिर्जा कादियानी ते अल्लाह दी वही नाज़िल हुंदी सी। मूँह मंगिया इनाम मैं उस बंदे नूं देंगा। मैं कसम खा के ना कोई वही नहीं नाज़िल हुंदी सी। मकार ते फरेबी जी जी मालिश सॉरी जाल सी। अल्लाह नबी दी गल सच्ची नहीं सी साबित होनी। जेड़ा अल्लाह दे नबी ने फरमाया करीबन सलासून कज़्ज़ाबून दज्जालून, कज़ाब हुंदा है जेड़ा बहुत ज्यादा झूठ बोलना। दजाल कौन हुंदा है? धोखा देने वाला, धोखा देंदा रहा लोकां नूं। जेड़ा काम हो जाना, मैनूं बई पहले ही हो गई सी, मैनूं पहले ही अल्लाह ने दस छड़िया सी, पेट फट गया, ऐस मेरी जमात दे विचों कोई बंदा होवेगा ओहदा पेट फट जाएगा, जाके खोल के देखो तो कोई होर ही गल लिखी। ए बकरियां दो ज़िबा हो गईयां ने, मैं तुहानूं पहले ही आखिया दो बकरियां ज़िबा हो जाणियां, मैं इब्राहिम अहमद च लिखिया सी। ऐसा दजाल आदमी सी, उन्हां गल्लां नूं अपणियां वहीयां बुला लैंदा सी। जेड़ा भी वाकिया हुंदा सी, ਇੱਥੇ ਇੱਕ ਟਰੂ ਮੁਸਲਿਮ ਦੇ ਨਾਂ ਦੀ ਆਈਡੀ ਹੈ, ਪਤਾ ਨਹੀਂ ਥੱਲੇ ਮੌਜੂਦ ਹੈ ਕਿ ਨਹੀਂ, ਆਬਦ ਉਹਨਾਂ ਦਾ ਨਾਂ ਹੈ। ਐਸੇ ਗੱਲ ਤੋਂ ਬੰਦਾ ਕਨਵਿੰਸ ਹੈ, ਵਰਨਾ ਸਾਨੂੰ ਗਾਲਾਂ ਕੱਢਦਾ, ਸਾਨੂੰ ਬੁਰਾ ਭਲਾ ਬੋਲਦਾ ਸੀ। ਉਹ ਕਹਿੰਦਾ ਯਾਰ ਹਰ ਗੱਲ ਮਿਰਜ਼ਾ ਸਾਹਿਬ ਜਿਹੜਾ ਕੋਈ ਵਾਕਿਆ ਹੋ ਜਾਂਦਾ ਉਹਨੂੰ ਆਪਣੀ ਵਹੀ ਬਣਾ ਲੈਂਦੇ ਨੇ, ਕੀ ਬਕਵਾਸ ਹੈ। ਮੈਂ ਕਿਹਾ ਇਹੋ ਕੋਈ ਆਈ, ਅਸੀਂ ਕਿਉਂ ਸਿਰ ਖਪਾਉਣ ਲੱਗੇ ਇਹਨਾਂ ਨਾਲ? ਇਹਦਾ ਨਾਂ ਉਹਨੇ ਵਹੀਆਂ ਰੱਖਿਆ, ਵਹੀ ਉਹਨੂੰ ਅੱਲਾ ਦੀ ਤਰਫੋਂ ਕਿੱਥੋਂ ਪਈ ਹੁੰਦੀ ਹੈ? ਇੱਕ ਝੂਠਾ ਦਜਾਲ ਆਦਮੀ ਸੀ, ਮਕਾਰ ਔਰ ਫਰੇਬੀ ਆਦਮੀ ਸੀ। ਉਹਨੇ ਆਪਣੀਆਂ ਕਿਤਾਬਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵਹੀ ਕਰਾਰ ਦਿੱਤਾ ਹੈ। ਮੈਨੂੰ ਅੱਲਾ ਨੇ ਵਹੀ ਕੀਤੀ, ਵਹੀ ਉਹਨੂੰ ਕੋਈ ਨਹੀਂ ਸੀ ਹੁੰਦੀ। ਪਰਲੇ ਦਰਜੇ ਦਾ ਝੂਠਾ ਆਦਮੀ ਸੀ। ਹੁਣ ਅਸਲ ਮਰਜ਼ਾਈਆਂ ਦੇ ਗਾਲੋਂ ਗਲਾਵਾਂ ਪਿਆ। ਮਰਜ਼ਾਈ ਕੀ ਕਰਦੇ ਨੇ? ਹੁਣ ਜੇ ਕੋਈ ਇਹਦੀ ਸਾਬਤ ਕਰੋਗੇ ਨਾ, ਜਿਸ ਤਰ੍ਹਾਂ ਦਾ ਇਹਨੂੰ ਸਾਬਤ, ਅਸੀਂ ਉਹੀ ਦਾ ਪਿਛਲੇ ਨਬੀਆਂ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਉਹ ਜਿਹੜਾ ਸਾਡਾ ਮੁਸਲਮਾਨਾਂ ਦਾ ਸੈਂਸਿਟਿਵ ਪੁਆਇੰਟ ਜਿਹਦੀ ਤਰਫ ਇਸ਼ਾਰਾ ਕਰ ਰਹੇ ਸਨ ਅਫਜ਼ਲ ਭਾਈ ਪੇ ਕਹਿੰਦੇ ਸਨ, ਲੇਕਿਨ ਇਹ ਸਾਡੇ ਵੀ ਜ਼ੇਰੇ ਮੁਸ਼ਾਹਿਦਾ ਰਹਿੰਦਾ ਹੈ। ਅਸੀਂ ਵੀ ਨਹੀਂ ਚਾਹੁੰਦੇ ਕੰਮ ਹੋਵੇ, ਪਰ ਕਈ ਵਾਰੀ ਇਹੋ ਜਿਹਾ ਸਾਨੂੰ ਵੀ ਫੇਸ ਕਰਨਾ ਪੈਂਦਾ ਹੈ। ਇਹਨਾਂ ਦੀ ਹਰਾਮਜ਼ਾਦਗੀ ਫੇਸ ਕਰਨੀ ਪੈਂਦੀ ਹੈ। ਸਾਡਾ ਵੀ ਖੂਨ ਜਲਦਾ ਹੈ। ਮੈਂ ਤੁਹਾਨੂੰ ਦੱਸਿਆ ਕਿ ਅੱਜ ਵੀ ਗੁਫ਼ਤਗੂ ਜਿਹੜੇ ਉੱਥੇ ਸ਼ੁਰੂ ਹੋਈ ਹੈ, ਸ਼ੁਰੂ ਹੀ ਇੱਥੋਂ ਹੀ ਹੋਈ ਹੈ ਕਿ ਬਕਵਾਸ ਕਰਨ ਲੱਗੇ ਸਨ, ਨਬੀ ਪਾਕ ਵੱਲ ਮੂੰਹ ਕਰਕੇ ਭੌਂਕਣ ਲੱਗੇ ਸਨ ਦੋ ਤਰੇ ਮਰਜ਼ਾਈ ਉੱਥੇ। ਸਾਡਾ ਵੀ ਖੂਨ ਸੜਦਾ ਹੈ, ਲੇਕਿਨ ਅੱਲਾਹ ਤਾਲਾ ਸਬਰ ਦਾ ਫਲ ਦਿੰਦਾ ਹੈ।
ਇਹੋ ਜਿਹੀ ਛਤਰੋਲ ਤੋਂ ਬਾਅਦ ਜਿਹੜੇ ਮਰਜ਼ਈ ਬਗਲੋਲ ਲਗੇ ਫਿਰਦੇ ਨੇ ਉਹ ਸੋਚਦੇ ਨੇ ਵੀ ਇਹ ਕੀ ਨੇ ਸਾਡੇ ਮਨਾਜ਼ਰ, ਕੀ ਨੇ, ਹਰ ਵਾਰੀ ਛਿੱਤਰ ਖਾ ਕੇ ਆ ਜਾਂਦੇ ਨੇ, ਇਹਨੂੰ ਪਤਾ ਹੀ ਕਿਸੇ ਗੱਲ ਦਾ ਕੋਈ ਨਹੀਂ ਹੈ। ਚਲੋ ਉਹਨਾਂ ਦੇ ਦਿਲ ਤੇ ਕੋਈ ਅਸਰ ਪੈਂਦਾ ਹੀ ਹੈ ਨਾ। ਬਾਕੀ ਤਾਂ ਅੱਲਾ ਤੇ ਆਪਣੇ ਨਬੀ ਦੀ ਖੁਦ ਹੀ ਇਸਮਤ ਦਾ ਵੀ ਮੁਹਾਫਜ਼ ਹੈ, ਇੱਜ਼ਤ ਦਾ ਵੀ ਮੁਹਾਫਜ਼ ਹੈ। ਇਹੋ ਜਿਹੇ ਹਰਾਮੀ ਜਿਹੜੇ ਪੈਦਾ ਹੋਏ ਨੇ ਇਹਨਾਂ ਇਹ ਕੰਮ ਤਾਂ ਕਰਨਾ ਹੀ ਕਰਨਾ, ਇੱਥੇ ਨਾ ਕਰਨਗੇ ਆਪਣੀਆਂ ਬਰਾਡਾਂ ਜਾ ਕੇ ਪੇ ਕਰਨਗੇ। ਕੋਸ਼ਿਸ਼ ਤਾਂ ਕਰੀ ਦੀ ਹੈ ਕਿ ਉਹ ਹਰਾਮਜ਼ਾਦਗੀ ਨਾ ਕਰਨ, ਜਾਂ ਉਹਨਾਂ ਨੂੰ ਰੋਕ ਲਿਆ ਜਾਏ, ਜਾਂ ਉਹਨਾਂ ਦੀ ਆਵਾਜ਼ ਦਬਾ ਦਿੱਤੀ ਜਾਏ, ਜਾਂ ਉਹਨਾਂ ਨੂੰ ਮਿਊਟ ਕਰਦਾ ਜਾਏ, ਜਾਂ ਉਹਨਾਂ ਨੂੰ ਕਿਸੇ ਵੀ ਆਪਣੇ ਟੈਕਨੀਕ ਨਾਲ ਉਸ ਹਰਾਮਜ਼ਾਦਗੀ ਤੋਂ ਬਾਜ਼ ਰੱਖਿਆ ਜਾਏ ਜਿਹੜੀ ਹਰਾਮਜ਼ਾਦਗੀ ਇਹਨਾਂ ਨੂੰ ਦੇਖ ਕੇ ਗਿਆ ਕਿ ਜੋ ਤੁਸੀਂ ਮੇਰੇ ਚ ਐਬ ਦੇਖੋ ਜਾਂ ਮੁਸਲਮਾਨ ਮੇਰੇ ਚ ਐਬ ਸਾਬਤ ਕਰਨ, ਤੁਸੀਂ ਪਿਛਲੇ ਨਬੀਆਂ ਸਾਬਤ ਕਰਨ ਦਾ ਚਾਰਾ ਕਰਨ। ਇਹ ਮਰਜ਼ਾਈ ਦਾ ਸੂਲ। ਬਸ ਕਰੋ ਗੱਲ ਅਬਦੁੱਲਾ ਭਾਈ। ਮੈਂ ਬਈ ਇਹ ਕਹਿ ਰਿਹਾ ਸੀ ਥੱਲੇ ਇੱਕ ਬਗਲੋਲ ਫਿਰਦਾ ਪਿਆ, ਇਹਨੇ ਵੀ ਕੱਲ ਆਪਣੇ ਅਕੀਦੇ ਦਾ ਗੰਦ ਅੰਦਰੋਂ ਕੱਢਿਆ। ਇਹ ਵੀ ਕੱਲ ਆਂਦਾ ਕਿ ਮਿਰਜ਼ਾ ਗੁਲਾਮ ਕਾਦੀਆਨੀ ਜਿਹੜਾ ਉਹ ਤਸ਼ਰੀਹ ਨਬੀ ਸੀ। ज़िया भाई अल्लाह पाक तुसां की सेहत और तंदुरुस्ती देन। तुसां बीमार हो ते माशाअल्लाह असां ना बीमार शेर सी, लेकिन फिर भी कदियानियां नी आज चीखा कदियान तक जा रही सन, सारी दुनिया ने वेख्या वे। ते अल्लाह पाक तुसां की सेहत और तंदुरुस्ती देन। ते बाकी राजा अताउल मनान जड़ा है ना जी, उस आज चंगे छितर फेरने ने ना की। बाकी ट्रुथ सीकर कह रहा कि डरदे ने पुत्र, डरदे नहीं। अज वेख्या कदियान तक चीखा गईयां ने तुसानियां। वो जड़ा जाहल तुसां अपना चैंपियन अगे कीता सी, अज ओदी उर्दू ते इंग्लिश ते सारा कुछ ओदा मिक्स हो गया है। असांबो उन्हां नूं जाके इस्लाम जिंदाबाद भाई। तुसी ओही जिन्ना किहा सी वलायत साहब दी बरोड़ ते राजा तालमान नूं राजा मॉडरेटर। बिल्कुल 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 वो उस दिन तू लैके ते अज दिन तक जिथे मेरे वेखदा है ते फटोफट ब्लॉक करदा है, क्योंकि उन्होंने पता है कि इस बंदे ने पूरी टिकटॉक ते मेरा मशहूर करता है राजा मॉडरेटर है। ओ तुसी क्या राजा मॉडरेटर? बिल्कुल अंसर रजा बैठा सी, सारे बड़ा मुअज़्ज़ज़ बन के मीसना बन के बैठा सी कि मैं इत्थे दा चौधरी हां ते किसी बंदे नूं गल नहीं सी करन दे रहा। तो 2-3 दफा मैं गल करन दी कोशिश की है तो फिर म्यूट ला दे, और फिर मैं उसे बोल के आखा मैं राजा मॉडरेटर 2 मिनट सबर कर मेरे गल करन दे। नहीं वो कहंदा मैनू दोबारा मुखातब करो। कहना मेरा नाम सीधा लै, मेरा नाम अताउल मनान है। मैं हा साडे वास्ते ते तू मॉडरेटर है, मैं तेरे पुत्र राजा मॉडरेटर ही कहना है। मैं सुन रहा सी तुसी क्या ओ यार तुसी राज साहब हर गल विच कहंदे मैं मॉडरेटर। हां जी अस्सलाम वालेकुम। वालेकुम अस्सलाम। माशाल्लाह जी बहुत जबरदस्त डिबेट सी। मुबारक है सब भरावां नूं। ते सब ने वारी वारी जो कीता सब ने देख ही लिया। ते मेरे लिए ते मेन हाईलाइट सी जदों इमरान कालू ने एक्स्ट्रा टाइम लै के मिर्जा साहब दी तहरीर पढ़ लई ते गुज़िया भाई ने कहा जो भी पढ़े अपनी जुबानी बयान कर दे। वो मेरे लिए पीक सी। ते बाकी तुसीं सब भरावां ने देख ही लिया की बनिया ते की नहीं। ज़िया भाई आप तबीयत खराब सी ते लेकिन उन्हां दी दुरुस्त कर आए ने माशाल्लाह बहुत जबरदस्त। ਇਹਨਾਂ ਦੇ ਇਹ ਸਵਾਲ ਪੱਲੇ ਬੰਨ ਲਓ ਮੁਸਲਮਾਨ ਸਾਰੇ। ਜਿਹੜੀ ਇਬਾਰਤ ਮਿਰਜ਼ਾਈਆਂ ਦੀ ਆਮ ਤੌਰ ਤੇ ਆਦਤ ਹੁੰਦੀ ਅੰਨੇਵਾਹ ਪੜ੍ਹੀ ਜਾਣਗੇ। ਇਹ ਦੇਖੋ ਮਸੀਹ ਮਊਦ ਨੇ पूरा वजाहत से बयान फरमा दिया है, सारा खोल के रख दिया नुकता। ਇਹਨਾਂ ਨੂੰ ਆਖੋ ਜੋ ਕੋਈ ਲਿਖਿਆ ਇਹਨੂੰ ਆਪਣੇ ਲਫ਼ਜ਼ਾਂ 'ਚ ਬਿਆਨ ਕਰੋ। ਕਿਤਾਬ ਬੰਦ ਕਰ, ਅੱਖਾਂ ਬੰਦ ਕਰਕੇ ਇਹਨੂੰ ਪੰਜਾਬੀ 'ਚ ਦੱਸ ਕੀ ਲਿਖਿਆ। ਕਿਸੇ ਮਿਰਜ਼ਾਈ ਨੂੰ ਕੱਖ ਨਹੀਂ ਪਤਾ ਕੀ ਲਿਖਿਆ। एक गलती का ज़ाला जेड़ा बंदा मरज़ाई अपने लफ्ज़ां 'च बयान कर दे, मेरे को मुँह मंगया नाम लै ले। हकीकतुल वही दा सवाल नंबर 6 पढ़ के ते ओदा सवाल ते जवाब अपने लफ्ज़ां 'च बयान कर दे, मेरे को मुँह मंगया नाम लै ले। नहीं बयान कर सकते क्योंकि उन्हें भी जलेबियां बनाइया ने। ओदी गल इन्हां समझ भी नहीं आती। मुसीबत इन्हां दी भी है ना, करन की ये पढ़ के थक गए ने, इन्हां नूं समझ भी नहीं, पेट पल्ले भी कख नहीं पैंदा। ਤਾਂ ਹੀ ਤਾਂ ਭਜਦੇ ਨੇ, ਆਂਦੇ ਨੇ ਕੁਰਾਨ ਨਾਲ ਗੱਲ ਕਰ ਲੈਂਦੇ, ਇਹਦੀ ਸਮਝ ਕੋਈ ਨਹੀਂ ਆਉਂਦੀ ਕੀ ਲਿਖਿਆ। ਇਹ ਬੜਾ ਬਿਹਤਰੀਨ ਅਸੂਲ ਹੈ। ਜਿਸ ਵੇਲੇ ਮਿਰਜ਼ਾਈ ਕੋਈ ਸਫਾ ਡੇਢ ਪੜ੍ਹੇ ਨਾ ਮਿਰਜ਼ਾ ਕਾਦੀਆਨੀ ਦੀ ਇਬਾਰਤ, ਇਹ ਉਹਨਾਂ ਦੇ ਅੱਗੇ ਸਵਾਲ ਰੱਖੋ ਵੀ ਜੋ ਕੋਈ ਲਿਖਿਆ ਇਹਨੂੰ ਪੰਜਾਬੀ 'ਚ ਬਿਆਨ ਕਰ ਆਪਣੇ ਲਫ਼ਜ਼ਾਂ 'ਚ। ਜੇ ਕੋਈ ਕਰ ਗਿਆ ਮੈਨੂੰ ਦੱਸਿਓ। ਬਸ ਅੰਨੇਵਾਹ ਪੜ੍ਹੀ ਜਾਣਗੇ। ਇਹ ਹੁਣ ਜਾ ਕੇ ਉਹਦੇ ਕੋਲੋਂ ਕੋਈ ਸਵਾਲ ਪੁੱਛ ਲਵੇ ਭਾਈ मिर्जा गुलाम कादियानी ने सूरह अहज़ाब दी आयत नंबर 40 पेश करके खत्म नबूवत साबित की थी या इजराए नबूवत, वेख्यो मर जांदी मां इन्हां दी जे जवाब देगे। ਇਹੋ ਹੀ ਸਵਾਲ, ਇਹ ਇੱਕ ਸਵਾਲ ਹੀ ਰੱਖ ਸਕੋ ਤੁਸੀਂ। ਹੁਣ ਮਤਲਬ ਰਮਜ਼ਾਨ ਆ ਜਾਣਾ, ਮਹੀਨਾ ਰਹਿ ਗਿਆ ਪਿੱਛੇ ਤੇ ਛੁੱਟੀਆਂ ਕਰਨੀਆਂ ਨੇ ਮਹੀਨੇ ਦੀਆਂ।
ਤੇ ਜਿੰਨਾ ਨਹੀਂ ਕਰਨੀਆਂ ਨਿੱਕੇ ਨਿੱਕੇ ਸਵਾਲ ਤੇ ਨੋਟ ਕਰ ਲਓ। ਉਹ ਕਿਸੇ ਬਰਾੜ ਤੇ ਟੁਰ ਜੋ ਮਰਜ਼ਾਈਆਂ ਕੋਲੋਂ ਇੰਨਾ ਪੁੱਛ ਕੇ ਲਿਆ ਦਿਓ ਵੀ ਖਤਮੇ ਨਬੂਵਤ ਵਾਲੀ ਜਿਹੜੀ ਆਇਤ ਏ, ਇਹ ਜਿਹੜਾ 33-40 ਸਾਡੇ ਨਾਂ ਦੇ ਅੱਗੇ ਲਿਖਿਆ ਨਜ਼ਰ ਆਉਂਦਾ ਹੈ ਤੁਹਾਨੂੰ, ਸੂਰਤ ਨੰਬਰ 33 ਆਇਤ ਨੰਬਰ 40, ਮਾ ਕਾਨਾ ਮੁਹੰਮਦੁਨ ਅਬਾ ਅਹदिम मिन रिजालिकुम वलाकिन रसूलुल्लाह व खातमन नबी। इस आयत तो मिर्जा कादियानी ने खत्मे नबूवत साबित की कि जराए नबूवत साबित की? इन्ना सवाल तो पूछ लो यार मुसलमानों, फिक्रे का सवाल है, इन्हू नोट कर लो। और अगले जे दिन मरजाई मरजाइयां जवाब दे गया ऐलान मैनू जुर्माना पा लियो। आमर भाई अगले दिन मरजाइयां ऐलान किया 33-40 वाले सारिਆਂ ਨੂੰ ब्लॉक करो। जी 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 33-40 ਦਿਓ ਜਿਵੇਂ ਇਹਨਾਂ ਨੂੰ ਸੀਨੇ 'ਚ ਵੱਜਦੀ ਨਾ ਜਾ ਕੇ ਜੀ ਉਹਨਾਂ ਕਿਹਾ ਸਾਰੇ ਬਲੌਕ ਕਰ ਦਿਓ। ਸੂਰਾ ਅਜ਼ਾਬ ਦੀ ਇਹ ਆਇਤ ਹੀ ਜਿਹੜੀ ਹੈ ਇਹ ਤੇ ਇਹਦਾ ਹੀ ਤੇ ਇਨਕਾਰ ਕਰਕੇ ਬਦਬਖਤ ਕਾਫਰ ਹੋਏ ਨੇ। ਬਹਰਹਾਲ ਇਹ ਆਸਾਨ ਜਿਹਾ ਇੱਕ ਸਵਾਲ ਹੈ, ਇਹ ਅਬਦੁੱਲਾ ਭਾਈ ਨੇ ਤਵੱਜੋ ਦਵਾਈ ਹੈ। ਇਹ ਛੋਟੇ ਛੋਟੇ ਸਵਾਲ ਹੁੰਦੇ ਨੇ, ਇਹਨਾਂ ਨੂੰ ਨੋਟ ਕਰੀਦਾ ਹੈ ਜਾਂ ਆਪਣੀ ਮੈਮਰੀ ਵਿੱਚ ਜਾਂ ਆਪਣੇ ਮੋਬਾਈਲ ਵਿੱਚ। ਜਿੱਥੇ ਕਿਰੇ ਮਰਜ਼ਾਈ ਚੜ ਗਿਆ, ਨੁਕਰੇ ਗਲੀ ਕੁੱਛੇ ਚੜ ਗਿਆ, ਕਿਸੇ ਬਰਾੜ ਤੇ ਮਿਲ ਗਿਆ, ਉਹਨੂੰ ਪੁੱਛ ਲਿਆ। ਅਮਰ ਭਾਈ ਇਹ ਜਾਂ ਸਵਾਲ ਇਹਨਾਂ ਕੋਲੋਂ ਕਰੋ ਨਾ ਤੇ ਇਹ ਫਿਰ ਅੱਗੋਂ ਫਨਕਾਰੀਆਂ ਵੀ ਤੇ ਕਰਦੇ ਨੇ ਨਾ। ਉਹ ਮਸਰੂਰਾ ਹੈ ਇਹਨਾਂ ਨਾਲ ਉਹ ਹੈ ਵੇ, ਉਹਦੇ ਕੋਲੋਂ ਇਹ ਸਵਾਲ ਕੀਤਾ ਵੇ तो उन्होंने कुछ जवाब देता है जी कि वो 52 साल तक मिर्ज़ा साहब का जो अकीदा था वो अकीदा उनका उन्होंने अपने माँ बाप से सुना हुआ था, वो उसी अकीदे पे थे। वो अकीदा उनके माँ बाप जो थे वो दुनियादार लोग थे, उनको दीन की इतनी समझ नहीं थी, तो बस उन्होंने जो भी बताया तो वो मिर्ज़ा साहब वही मानते रहे। फिर 52 साल के बाद मिर्ज़ा साहब ने खुद जब तहकीक की तो उन्होंने ईसा अलैहिस्सलाम के मुतालिक वो जो जिंदा वाला वो अकीदा है तो वो उन्होंने उसके बाद बदला। बात ही और है ना, वो तो बात ही हो रही अली भाई, वो नहीं हम बात कर रहे। ईसा अलैहिस्सलाम को वो जिंदा मानता था 52 साल तक, ये बात ठीक है, लेकिन हम ये सवाल नहीं कर, हम ये कह रहे हैं सूरा अहज़ाब की जो 40 नंबर आयत है ना, जी जी जिसमें अल्लाह ताला ने कहा कोई भी इबारत जो मिर्जे की इबारत है, खुद की उसकी लिखी हुई बात है, वो इनके सामने रखो तो ये आगे से ऐसा कोई जो है ना वो हमें कहानी कोई वो ठीक है, बात ठीक है आपकी बात कि कोई भी इबारत रखें तो मरजाई बंदर की तरह नाचना शुरू हो जाता, कभी इधर नहीं पाता कभी उधर। लेकिन ये इनका लाज और क्या है, आप भी तो इनके लाज के लिए यहाँ आए हैं ना टिकटॉक पे। तो ये छोटी छोटी बातें हैं, जिस तरह बंदर है तो उसको आप हल्की सी छड़ी मार दे वो नाचता रहेगा, फिर थोड़ी सी दूसरी मार दें फिर दूसरी तरफ नाचता रहेगा। नचाएं इनको, पूछें सूरा अहज़ाब की 40 नंबर आयत से मिर्ज़ा कादियानी ने ख़त्म नबूवत साबित की है या अजराए नबूवत साबित की है, ये सवाल है, लिख लें। जो मिर्ज़ाई इसका जवाब दे और काट करके हमें ला के सुना दे। कितना आसान सवाल है और बेसिक सवाल है, कोई इतना मुश्किल सवाल भी नहीं है, इल्मी सवाल भी नहीं, नॉर्मल सा आम सा सवाल है। हम तो इसी आयत के तहत मानते हैं कि नबी पाक खातमुन नबिय्यीन है और उन पर सिलसिला नबूवत ख़त्म हो गया, उनके बाद अब कोई नबी नहीं बन सकता। तो इन मिर्ज़ा कादियानी ने इस आयत को बारहा मरतबा अपनी किताबों में लिखा है, 85 किताबों में और मलफूज़ात और मजमुआ इश्तिहारात और मकतूबात में शायद 85 दफ़ा से भी ज़्यादा आपको लिखा हुआ दिखाई देगा। क्या साबित करता रहे इस आयत को लिखकर, वो क्या साबित करता रहे? नबूवत ख़त्म हो गई है या नबूवत जारी है? पूछो तो सही। सही जवाब इसका ये है, नोट कर लें, संभाल लें ये नुस्खा। सही जवाब दिया था सिर्फ अजीम भट्ट ने, जिसके बारे में मैं कहता हूँ फ़कीह मसलहत भी से वो रिंदे बाद अखार अच्छा निकल जाती है जिसके मुंह से सच्ची बात मस्ती में। सच्ची बात उसके मुंह से निकल गई, अजीम भट्ट के मुंह से। कहता है सच्ची बात यह है कि मिर्ज़ा साहब ने इसी आयत से ख़त्म नबूवत भी साबित किया हुआ है, इजराए नबूवत भी साबित किया हुआ है। लो जी, ये मिर्ज़ाई बोलता नहीं, ये ऐसी बेगैरती है, ये ऐसी बेहयाई है जिसका एतराफ़ करना मिर्ज़ाई की मौत है। ये ऐसे ही है जैसे कोई चोर थाने में आकर इकबाल जुर्म कर रहा हो कि हाँ हमने ये बेहयाई बेगैरती की हुई है। कुरान की एक ही आयत से इजराए नबूवत भी निकाला हुआ है, ख़त्म नबूवत भी निकाला। ये मिर्ज़ाई मानेगा नहीं आपके सामने, लेकिन आप उनसे पूछें कि भाई इससे इजराए नबूवत साबित की है कि ख़त्म नबूवत साबित की है। नचाएं मिर्ज़ाइयों को। आमर भाई ਤੁਹਾਡੀ ਵੀ ਤੇ ਜ਼ਿਆਦਤੀ ਹੈ ਨਾ, ਫਿਰ ਤੁਸੀਂ ਉਸ ਤੋਂ ਬਾਅਦ ਉਹਦੇ ਨਾਲ ਮੁਨਾਜ਼ਰਾ ਕਿਉਂ ਨਹੀਂ ਕੀਤਾ, ਇਹ ਦੱਸੋ। हुसैनी साहब ਦਾ ਹਾਸਾ ਨਿਕਲ ਗਿਆ, ਉਹਨਾਂ ਕਿਹਾ ਹੈ ਇਜਰਾਏ ਨਬੂਵਤ ਸਾबित ਕੀਤੀ, ख़त्म नबूवत साबित ਕੀਤੀ। ਇਹ ਜਿਹੜੀ ज़िया भाई ने अज आयत पढ़ी उत्थे एक गलती का ज़ाला दा ਜਿਹੜੀ इबारत पढ़ी है कि माँ काना मोहम्मदुन अबा अहदिम मिन रिजालिकुम, के ये मानी है लैसा मोहम्मदुन अबा अहदिम मिन रिजालिद दुनिया व हो वलाकिन
ہوا اب للرجال الاخرہ، اے عبارت پڑھی نا ضیاء بھائی نے اتھے ایدے تو اجرائن ثابت کا کردا آخرت میں اتھے، مردوں کے باپ. ہاں ایدے تو ٹرائی پہ کردا اجرائن بہت کرن دی تے ازالہ ہم چ لکھے ہے کہ رسول پاک صلی اللہ علیہ وسلم خاتم النبی نے انہاں تو بعد کوئی نبی نہیں آ سکتا نبیوں کو ختم کرنے والے، حمامۃ البشرا بھی لکھے ہے یہو آیت لکھ کے لا نبی آبادی کیا کر، نبی پاک نے اس کی تفسیر بھی کر دی ہے، صاف لکھے ہے، ختم وہ ثابت کرتا رہا، ایک غلطی کا ازالہ جا کے اجرائن وہ ثابت کرنے لگ پیا۔ میری کال آ رہی، کرو گل۔ اچھا راجہ صاحب تسی ساری علیکم ڈیبیٹ جی سنی؟ وعلیکم السلام. بھائی جان الجبرا بھائی، جو آپ نے بات کی نا، پہلے تو اللہ تعالیٰ صحت دے جی بھائی ہمارے ضیاء رسول کو، اور بڑی مبارکباد کے مستحق ہیں۔ وہ ایک اور بھائی نے کہا کہ جناب آپ کو کیا مبارک دیں، آپ اوپر جا کے چپیڑے مار کے پھر نیچے بیٹھ جاتے تھے، تو لیکن یہ مبارکباد تو بنتی ہے کہ سننے والوں نے سنا ہے۔ اور یہ صرف نہیں کہ وہ ایک ڈبیٹر مرزائی موجود تھا، اس کے پیچھے جو پورا پینل بیٹھا ہوا تھا نا، ان کے پاس بھی کوئی جواب نہیں تھا۔ جو مربی پیچھے بیٹھ کے اس کو فیڈ کر رہے تھے ان کے پاس بھی کوئی جواب نہیں ہے، جواب تھا اخباری ٹوٹے۔ تو باقی جو آپ نے الجبرا بھائی، میں وہ بات کرنا چاہ رہا تھا لیکن آپ نے لے لی کہ جب مرزا قادیانی کی لمبی عبارت پڑھی کہ مجھے زیادہ ٹائم، وہ تقریباً اس نے کوئی 6-7 منٹ لیے، اور آخر میں بھائی نے کہا ضیاء رسول نے کہ اپنا خلاصہ اپنے زبان میں یہ بیان کرو، 1 منٹ اور لے لو۔ تو وہ کہتا ہے آگے سے تھوڑا سے بات کر کے کہ آپ نے سب نے سن ہی لی ہے، آپ نے بھی سن لی ہے، تو اب میں کیا بیان کروں۔ نہیں اور امان صاحب، اس کا جواب پتہ کیا تھا؟ میں پھر سے پڑھ دیتا جی ہوں. نہیں، میں پھر سے پڑھ دیتا ہوں یہ بھی، اور آپ نے سن جو لی ہے، آپ نے سن لی ہے اور آپ نے بھی سنی ہے، جی سننے والوں نے بھی سنی ہے، تو مطلب میں کیا پڑھوں، وہ اسے بیان ہو نہیں پا رہا تھا۔ اور دوسری ایک اور بات، پتہ نہیں عامر نذیر بھائی سن رہے ہیں کہ یہ جو میں اتنے عرصے سے لگا ہوا ہوں کہ مرزا صاحب پر الہام نہیں ہوتے تھے، وہ آج عامر نذیر بھائی نے بھی بات کی قسم اٹھا کے کہ میں کہتا ہوں کہ جی الہام نہیں ہوتے تھے۔ تو یہی تو وہ بنیادی بات ہے کہ یہ بندہ پلے سے مرزا غلام احمد قادیانی یہ باتیں گھڑتا تھا، اور ماضی میں ہونے والی باتوں کو مستقبل میں وہ بیان کر کے کہ میں نے فلاں جگہ اس طرح یہ بات کی تھی، یا ابھی یہ اس صورت میں پوری ہوگی، یا یہ دیکھیں اس صورت میں پوری ہوگی ہے، وہ بس جگاڑ لانے والے کہ الہام نہیں ہوتے تھے۔ یہ بنیاد ہی ساری غلط ہے سرے سے ہی۔ بہت شکریہ جی، کرو مرتضیٰ بھائی، عامر بھائی نے نا آج سمجھ لیا طلعت بھائی سے کہ کس طرح کے الہام ہوتے ہیں، کون کون سی اقسام ہے، شاید ان کو سمجھ آ گئی ہوگی، کافی ٹائم لگایا انہوں نے آج. جی میں جو عرض کرتا ہوں نا اپنا الجبرا بھائی، کہ یہ مجھے وہ ایک حوالہ پڑھ کے نصیرت مہدی کا کہ والد کی محبت میں وہ جو اس نے اس بندے نے مرزا بشیر احمد نے پوری کتاب لکھ دی کہ جناب وہ عورتیں موجود ہیں، ان کو کیا پتا کہ بندے کے ساتھ کیا کمیونیکیشن اس کے خدا کی ہو رہی ہے، وہ اس کو جگا دیتی ہیں۔ اس کا مطلب ہے، اور اس کو پتہ بھی نہیں کہ اللہ معافی کرے، وہ جب ملاتے ہیں تو نبی کریم صلی اللہ علیہ وآلہ وسلم کو اللہ تعالیٰ نے فرمایا کہ آپ یاد کرنے کی کوشش نہ کریں جلدی جلدی، یہ میری ذمہ داری ہے، مفہوم عرض کر رہا ہوں قرآن کریم کی بات، کہ یہ میری ذمہ داری ہے کہ آپ کو یہ بات یاد کرا دینا۔ تو یہ کیسا نبی ہے ان کا کہ کہتے ہیں نا بارش کی طرح الہام ہوتے ہیں، کچھ تو ایسی سرعت اور تیزی کے ساتھ ہوتے ہیں کہ سمجھ نہیں آتی، اور شاگردوں سے اپنے مریدوں سے پوچھتا پھرتا کہ جناب یہ جو لفظ ہے اس کا فلاں کا کیا مطلب ہے۔ تو بات یہ ہے کہ وہ عورتوں کو کیا پتہ چلا کہ کب ان کو اٹھانا ہے اور کب یہ کیا کرنا ہے۔ تو یہ ساری بات یہ تھی کہ بات پھیلانے کا یہ ٹول تھی وہ عورتیں، اور جب بھی میرے اوپر یہ کیفیت ہے تو مجھے جگا دیا کرو، اس وقت میرے اوپر الہام ہو رہا ہوتا ہے۔ وہ کیا لکھتا تھا بندہ، یہ سب فضول باتیں ہیں، کوئی ایسی چیز نہیں ہے، پیٹ پھٹ گیا عطر کی پتہ نہیں شیشی اور 2 استرے اور پتہ نہیں گو ٹو پشاور آئی لو یو، تو یہ سارا یہ ڈھونگ ہے، کوئی اس کی بنیاد نہیں ہے، پتہ نہیں ان کو سمجھ نہیں آتی، اور ساری ڈیبیٹ آج یک طرفہ ہو کے اخباری ٹوٹوں کے اوپر بات ختم ہوگی، نہ قرآن ہے اور نہ حدیث ہے۔ پٹی پٹی گئی 2 استرے عطر کی شیشی،
پلتوس پڑا اچھا تو پتہ ہے کیا گالیاں کھانے کا آسان طریقہ کیا ہے؟ کہیں نا پٹی پٹی کی، اس کے تو چلے شان نزول بیان ہو سکتی ہے کہ وہ پٹی پٹی جائے گی، تو دو اس طرح پیٹ پھٹ گیا، اس کی شان نزول پوچھے نا تو کہتے ہیں تیری ماں دی تیری پیٹ دی، اس کی شان نزول آئی تھی۔ اور یہ جو پیٹ پھٹ گیا ہے نا، یہ بھی انہوں نے تبدیل کیا بعد میں الہام، جیسے انہوں نے باقی الہامات کے ساتھ چھیڑخانی کی ہوئی ہے مرزا غلام قادیانی کے تذکرہ میں، تو یہ پیٹ پھٹ گیا کو بھی چینج کیا ہوا ہے۔ یہ پہلے الہام کچھ اور تھا۔ جی جی، وہ پرانی کیا کیا الہام کیا تھا عبداللہ بھائی؟ پرانا الہام تھا مقد پھٹ گیا۔ دیکھیں چلے اس اس کی کے ساتھ تطبیق بھی ہے نا، اس کی اچھا تطبیق بھی ہے، اس کے ساتھ نشان 85 کے ساتھ، اور اچھا اچھا، ہاں پیٹ پھٹ گیا۔ وہ ای اب این مجھے ٹی، بتائیں پیٹ ای این پھٹ ٹی گیا، نہیں ہوتا، ای این ٹی نہیں ہوتا، ای این ٹی ایئر نوز تھروٹ ملے ہوتے ہیں، تو ظاہر وہ مقد بھی پیٹ کے ساتھ ہی جڑا ہے، تو اس کی تطبیق کر لی۔ نہیں ہاں وہ اس طرح ہو سکتی ہے، لیکن اس کی اور تحریر میں مرزا غلام قادیانی کی کسی تحریر میں اس کی تطبیق نہیں پیدا ہو سکتی پیٹ پھٹ گیا کی، لیکن مقد پھٹ گیا کی وہ بے شمار تحریر کے ساتھ اس کی تطبیق ہو سکتی ہے۔ نشان 85 ہے، پھر رجولیت ہے، جی سر فہرست پھر نشان 85 ہے نا۔ السلام علیکم۔ وعلیکم السلام۔ وعلیکم السلام، گرائیوں کتھا ہو تساں؟ اتھے ہی کتھے بہنا اساں؟ اچھا ساڈا مولوی اتھے ایک ترجمہ پیش کر رہا سی 33-40 دا، زالا عوام دا کیڑا بندہ سنائے گا اس کے ترجمہ کیتا ہے مرزا قادیانی نے اتھے؟ میں زبانی سنا سکتا ہوں، پیج نمبر 431 جلد نمبر 3 آخری پیراگراف۔ سناؤ پھر تانوں ہی میں جواب بھی بھیجنا ہوتا۔ وہ کہتا ہے کہ سناؤ نا یعنی صفحہ سناؤ پڑھ کے، آیت لکھ کے، آخری آیت نمبر 24 ہے اس نے پیش کی ہے، آیت لکھ کے لکھتا ہے یعنی 21ویں محمد، دلیل ہے، جی وفات عیسیٰ کی دلیل جو 30 آیت پیش کی اس میں سے 24ویں آیت ہے۔ 21ویں ہاں جی دلیل 21ویں سوری 21ویں ہے، تو صفحہ نمبر 431 ہے، تو اس کے اوپر میرے سامنے عبارت نہیں، میں اپنی میموری سے پڑھ دیتا ہوں۔ یعنی محمد صلی اللہ علیہ وآلہ وسلم تم مردوں میں سے کسی کا باپ نہیں ہے، لیکن وہ اللہ کا رسول ہے اور ختم کرنے والا نبیوں کا۔ اس آیت سے خاتم یہ صاف ظاہر ہوتا کیا ہے کیا نبیوں کہ کو ختم بعد کرنے والا، حضرت بس صلی اتنا اللہ ہی علیہ کافی وآلہ وسلم نہ کوئی، اتنا کافی ہے، ہاں جی اتنا کافی ہے کاظمی صاحب۔ یہ ہے باپ، باپ کہتا ہے کہ خاتم النبیین کا معنی یہ ہے کہ نبیوں کو ختم کرنے والا۔ ابھی میں بیٹے کا آپ کو ساتھ تعارف کراتا ہوں ذرا۔ یہ بیٹے کا والا میں نے آپ کو بھیجا ہے، یہ سکرین پر لگا تھا میں، وہ پڑھ آپ دیجیے گا، ٹھیک ہے؟ یہاں سے پڑھا نہیں جائے گا پھر میرے گھر سے، نہیں کوئی مسئلہ نہیں، میرے پاس لیپ ٹاپ پہ کھلا ہوا ہے۔ میں لگا دیتا ہوں یہاں سکرین پر، میں لگا دیتا ہوں۔ اوکے یا بھائی موجود ہے، سکرین بڑی کر دیجیے گا۔ ضیاء بھائی کو بخار ہے بڑا تیز، اللہ ان پہ رحم فرمائے۔ اچھا جی لکھتے ہیں اب اچھی طرح غور کر کے سمجھ لو کہ اگر خاتم النبیین کے معنی نبیوں کو ختم کرنے والا کیے جائیں
جیسا کہ ہمارے مخالفین کرتے ہیں، تو پھر اس آیت میں لیکن کا لفظ بالکل بے معنی ہو جاتا ہے، اور یہ آیت نعوذ مانی باللہ کون کرتے ہیں ختم کرنے والا؟ مرزا قادیانی کرتا ہے یا مخالف کرتے ہیں؟ مخالفین کر رہے ہیں یہ معنی ختم کرنے والا کیے جائیں جیسا کہ ہمارے مخالفین کرتے ہیں، تو پھر اس آیت میں لیکن کا لفظ بالکل بے معنی ہو جاتا ہے، اور یہ آیت نعوذ باللہ ایک محل کلام بن جاتی ہے، محمل کلام بن جاتی ہے، کیونکہ اس صورت میں آیت کے معنی یہ بنتے ہیں: محمد صلی اللہ علیہ وسلم تم میں سے کسی مرد کے باپ تو نہیں، لیکن وہ نبیوں کو ختم کرنے والے ہیں۔ تو یہی تو ترجمہ کیا مرزا قادیانی نے۔ اب غور کرو کہ خدائے علیم و حکیم تو الگ رہا، کیا کوئی معمولی عقل کا آدمی بھی اس قسم کا محمل کلام کر سکتا ہے جس میں لیکن کے الفاظ سے پہلے کا جملہ اور لیکن کے بعد کا جملہ ایک ہی مفہوم کے حامل ہو؟ یار معمولی عقل رکھنے والا انسان کہہ رہا ہے۔ اچھا، اور سابقہ شبہ کو دور کرنے کی بجائے اسے اور بھی زیادہ مضبوط کر دیا جائے، یہ تو اس قسم کا فکرہ بن جاتا ہے کہ سارے لوگ اٹھ گئے لیکن سعید بھی اٹھ گیا۔ کیا کوئی سمجھدار انسان ایسا بے معنی کلام کر سکتا ہے؟ کیا قرآن مجید جیسی فصیح و بلیغ کتاب اس قسم کے محمل جملے کی حامل ہو سکتی ہے؟ خدا را غور کرو اور انصاف سے کام لے کر بتاؤ کہ لیکن کا لفظ اس معنوں کو برداشت کرتا ہے جو ہمارے مخالف بیان کرتے ہیں۔ کہہ دو سبحان اللہ۔ سبحان اللہ۔ ہن دسو بھی اتنے کی کرے بندہ؟ عامر بھائی یہ تو مربی نے اتنے دے پتر سکا پتر وہ نطفے نال پیدا ہوئے یا پتر وہ جڑاں کاپی وہ کہندا یہ معمولی بندہ بھی دی عقل جی باہر ہے۔ ایس تحریر تو بعد بھی تسی کہہ رہے ہو کہ نطفے نہ پیدا ہویا سی۔ اے اور مرزائیاں کو پوچھ لو کہ نطفے دی تحریر ہے یا کس طرح یا رسول کینسل کراؤ جے۔ یہ تو بحث کرے تو مسا پتر بڑاوا خاتم النبیین نے مانی تو کڑے کرنا پیا تے اے کڑے پہ کرنا کڑے نہیں درست ہو۔ اللہ نے کہا ہے وبالوالدین احسانا، اے ویکھو ہے کی احسان کیتا ہے انہیں پیو تے اپنے، حساب لاؤ یار۔ کتاب دا نام ہے ختم نبوت کی حقیقت۔ جی جی اللہ اکبر۔ نہیں بھائی میرے دو سوال نے تواڈے کولوں۔ اچھا، کیا کوئی تواڈا عقیدہ ہے کہ کیا کوئی نواں نبی آوے گا وہ دعویٰ نبوت کرے گا؟ کیا پوچھا جی؟ میں پوچھا کہ کیا مسلماناں دا یا تواڈا عقیدہ ہے کہ کوئی نیا نبی آوے گا تے وہ دعویٰ نبوت کرے گا؟ بھائی ساڈا تے عقیدہ کوئی پرانا بھی آ جائے تاں بھی وہ دعویٰ نبوت نہیں کرے گا۔ تے پھر جڑے مرزا نے گل کیتی ہے نا کہ نہ کوئی نیا نبی تے نہ کوئی پرانا نبی، یہ بھی ساڈے حق چ انہیں گل کیتی ہے۔ بالکل انج ہی ہے۔ اصل جب عبداللہ گل ہو رہے میں کوئی بڑا عرصہ پہلے ایک تجزیہ اس سے پیش کیتا سی واٹس ایپ نے دور کہ مرزا قادیانی نے 1891 تو لے کے 1900 تک یہ سارا زور دیتا ہے وفات مسیح ثابت کرنے واسطے۔ وفات مسیح کن ثابت کیتی سو؟ انہوں دی وفات ثابت ہوئی نہیں، لیکن ختم نبوت ایکسلیٹر فول دب کے رکھا۔ ہر گل مانی کڈنے کی کوشش کی کہ نبی نہیں آ سکتا، اے آیت نبوت نے آڑے آنی ہے، اے آیت نبی نے آڑے آنی ہے، ایس حدیث کی مخالفت ہوئی نہیں ہے، ایس حدیث کی مخالفت ہوئی نہیں ہے۔ اس آپ کو سوال ہوا جس لئے مسیحت دعوے تو بعد کہ مرزا صاحب مسیح علیہ السلام تے نبی ہے تے تسی بھی نبی ہو؟ اس آخیا جی آنے والے مسیح کے بارے ہمارے سید و مولا نبی کریم صلی اللہ علیہ وآلہ وسلم نے نبوت شرط نہیں ٹھہرائی، اس نے اس وجہ تو انکار ہے۔
ਉਹਦੇ ਬਾਅਦ ਇਹਨੂੰ ਫਿਰ ਹੁਸ਼ਿਆਰਪੁਰ ਵਾਲੇ ਜਿੰਨ ਨੇ ਹੋਰ ਜਿਹੜਾ ਚੌਕ ਦਿੱਤੀ ਥੋੜੀ ਜਿਹੀ ਆਖਿਆ ਤੁਹਾਡੇ ਨਬੂਵਤ ਦਾ ਦਾਵਾ ਖੜਕਾ ਜ਼ਰਾ ਫਿਰ ਇਹਨੇ ਇਸਤਲਾਹੀ ਟਰਮਾਂ ਕੱਢੀਆਂ ਨਾ ਆਪਣੀਆਂ ਕਿ ਇੰਜ ਵੀ ਨਬੀ ਹੋ ਸਕਦਾ ਤੇ ਇੰਜ ਵੀ ਨਬੀ ਹੋ ਸਕਦਾ ਲਾਣਾ ਕਿ ਜਿਹੜੀਆਂ ਆਇਤਾਂ ਜਿਹੜੀ ਆਇਤ ਲਿਖਿਆ ਆਦਾ ਨਾ ਕਿ ਤਾਂ ਮੁਰਾਦ ਮੁਹੱਦਸ ਨਹੀਂ ਉਸੇ ਆयत का तर्जमा किया तफसीर खोलो ना तो 4 समय पहले उसे लिखे उसे आयत तहत इस आयत में मुहद्दस नबी रसूल मुहद्दस और वलीउल्लाह दाखिल है उत्थे कहता है कि शायद मुस्ताक ही नहीं हो सकते मुहद्दस ये जब साबित करने वाला दौर है ना इसना वो इन्हां मिर्जाइयां दे गले पे है अज वो सारियां तहरीरां मिर्जाइयां दे गले पईयां ने इस नाल बड़े कोई इतफाक करे ना करे बंदा मेरा अपना जाती तजिया जो मुतालिब बाद में अखज कीता है। अच्छा वो जब ये तो बताएं जरा मुझे बात के ये जो इसने इश्तिहार छापा था कि काट के मुहद्दस कर लें वो कौन से सन की बात है भला? ये जनवरी 1892 में मुनाजरा हुआ था 3 जनवरी को मुनाजरा हुआ था तो मेरे ख्याल में जनवरी के आखिर का या फरवरी का इश्तिहार होगा ये सी में 1892 का है इब्तदाई पहले 2 महीनों में। ये लाहौर चूना मंडी में मौलाना कला नूरी की रिहायशगाह थी उनकी रिहायशगाह पर मुनाजरा हुआ था। ये इस मुनाजरा मौजूद पर था मुहद्दस नबी होता है या नहीं क्योंकि इसने अपनी तहरीरों में पहले मदसियत के तहत नबी होना लिखा था अपने आप को कि मुहद्दस एक तरह से नबी भी होता है बिल्कुआ नबी होता है बिलफेल नहीं। उस पर यह मुनाजरा हुआ था इसका आके इश्तिहार छापना पड़ा था। उस मुनाजरे के बाद वो मुनाजरा तीसरे पर्चे पर छोड़ आया था मिर्जा कादियानी और एक और इत्फाक ऐसा ही हुआ है कि मिर्जा कादियानी का बशीर शसवानी से भी मुनाजरा 5 पर्चों का तय था तीसरे पर्चे पर दिल्ली से मुनाजरा छोड़कर एक कादियान आ गया था। इसकी रुदात का ये जो बात मैंने की है ये सीरतुल महदी में लिखी हुई है। लोग पीछे से वाजे देते थे मिर्जा साहब किधर चले हो मिर्जा साहब कहते सी 2.5 को छोले मोगे ने ये थी असल बात। अच्छा तो ये एक ये तो बात बताएंगे ये जो 23 साल वाली कहानी डालते हैं तो उस हिसाब से देखा जाए तो जो 1892 वाला इसने नबी काट के मुहद्दस कर ले तो उससे पहले वाले इसका मतलब है जितने भी इल्हाम है इस दायरे कार में देखे जाएं तो वो इल्हाम नबूवत के मातहत तो नहीं लिए जा सकते क्योंकि फिर 1892 तक तो हम कंफर्म कर देते हैं ना कि फिर इसने अपने आप को वाकई वो नबूवत के मदई के तौर पर 1892 तो पहले कहा ना 1897 में बशीर गुलाम दस्तगीर कसूरी को उसने जवाब दिया था उन्होंने कहा था कि आपका दावा तो नबूवत का है तो आप फौरी जवाब क्यों नहीं ला सकते तो इसने उसको जवाब दिया था ये जनवरी 1897 का इश्तिहार है ये मुझे भेजें मुझे चाहिए ये मैं भेज देता हूँ मैं। अच्छा अगर देखें हम अगर 1892 वाला भी देख लें नहीं भाई दोनों भेज देता हूँ मैं देखिए 1892 वाला भी अगर हम देख लें बात पूरी करने दें जी सवाल की। गुलाम दस्तगीर कसूरी को उसने लिखा था कि मेरा नबूवत का कोई दावा नहीं है मुझ पर वही ये वलायत होती है ना कि वही ये नबूवत ठीक है। इसने वही ये नबूवत की वहां पर नफी की थी और अपनी वही की मिसाल दी थी हजरत शेख अब्दुल कादिर जिलानी की जिस तरह उन पर होती है। इससे ज्यादा जो मुझ पर लानत भेजते हैं ये बातों से इश्तिहार में मौजूद है। ठीक है इसके बाद हकीकतुल वही में इसने लिखा है कि सबसे बड़ा दर्जा वलायत का है इससे आगे कोई दर्जा ही नहीं है वलायत से आगे कोई दर्जा नहीं है। हकीकतुल वही 1907 की है राइट 1907 की हकीकतुल वही में ये बात लिखी हुई है। तो ये बातें मैं आपको भेज देता हूँ वाले ये तो सामने पड़े होंगे कहीं कौन सी मुश्किल है। हाँ ये मुझे भिजवाएं जरा ये बहुत काम का वाला है। वालेकुम अस्सलाम। वालेकुम अस्सलाम रजब भाई। उस्ताद मोहतरम सुनाओ ठीक हो शाह जी सुनाओ ठीक हो अल्लाह का शुक्र है दुआएं हैं। राजा साहब मौजूद हो राजा जोए साहब
नहीं भाई सिचुएशन बड़ी पैड़ी बढ़ गई है